ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਜਿਹੜੀ ਬੇਸਿਕ ਨੌਲੇਜ ਦੇ ਲਈ ਜਿਹੜੀ ਆਪਾਂ ਗੱਲ ਕੀਤੀ ਸੀ, ਆਪਣੀ ਜਿਹੜੀ ਸੈਕਿੰਡ ਵੀਡੀਓ ਹੈ ਕਰੰਟ ਅਫੇਅਰਸ ਦੀ। ਅੱਜ ਦੇ ਜਿਹੜੇ ਕਰੰਟ ਅਫੇਅਰਸ ਨੇ, ਐਕਚੁਅਲੀ ਜਿਹੜੇ ਮੈਂ ਕਰੰਟ ਅਫੇਅਰਸ ਕੱਢੇ ਨੇ ਦੇ ਬੇਸਿਕਲੀ ਆਪਾਂ ਬਿਲੋਂਗ ਕਰਦੇ ਆ ਕਿ ਆਪਾਂ ਪੰਜਾਬ ਤੋਂ ਆ, ਅਤੇ ਸਾਡਾ ਜਿਹੜਾ ਪੇਪਰ ਆਪਾਂ ਫੋਕਸ ਵੀ ਇਸ ਵੇਲੇ ਕਰ ਰਹੇ ਹਾਂ ਮੋਸਟਲੀ ਪੰਜਾਬੀ, ਜਿਹੜਾ ਕਿ PPSC ਦੇ ਅੰਡਰ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਤਹਿਸੀਲਦਾਰ ਪਟਵਾਰੀ ਦੇ ਅੰਡਰ, ਉਹਦੇ ਲਈ ਕਰ ਰਹੇ ਹਾਂ। ਸੋ ਮੈਂ ਸਟਾਰਟਿੰਗ ਕੀਤੀ ਹੈ 2021 ਤੋਂ, ਤਾਂ ਕਿ ਆਪਾਂ ਨੂੰ ਥੋੜ੍ਹਾ ਇਹਦੇ ਵਿੱਚ ਜਿਹੜੇ ਮੇਨ ਸੈਕਸ਼ਨਸ ਆ ਆਪਾਂ ਕਲੀਅਰ ਕਰਨੇ ਸ਼ੁਰੂ ਕਰਨੇ ਆ, ਅਤੇ ਇਹਦੇ ਅੰਡਰ ਜਿਹੜੇ ਸਾਡੇ ਕੋਲ ਸੈਕਸ਼ਨ ਬਣਦੇ ਆ ਉਹਦੇ ਅੰਡਰ ਕਿ ਅਸੀਂ ਕੀ ਸਾਡੇ ਕੋਲ ਚੀਜ਼ਾਂ ਅਵੇਲੇਬਲ ਨੇ ਪੰਜਾਬ ਦੇ ਵਿੱਚ, ਕੀ ਹੋ ਗਿਆ ਹੈ। ਅਤੇ ਇਹ ਜਨਵਰੀ ਦਾ 2021 ਤੋਂ ਹੈ ਕਿ ਬਾਕੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿਛਲੇ ਕਰਦੇ ਜਾਈਏ, ਪਰ ਮੈਂ ਮੇਨ ਚੱਕਿਆ ਜਿਹੜੀ ਮੇਰੀ ਕੋਸ਼ਿਸ਼ ਆ ਕਿ ਆਪਾਂ ਜਿਹਦੇ ਬੇਸ 'ਤੇ ਸਾਡੇ ਕੋਲ ਕੁਐਸਚਨ ਆ ਸਕਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕੁਐਸਚਨ ਇੱਚੋਂ ਹੀ ਆਉਣਗੇ, ਪਰ ਮੇਨ ਆ ਕਿ ਟੂ ਦਾ ਪੁਆਇੰਟ ਕਿ ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਆ। ਬਾਕੀ ਤਾਂ ਕਰੰਟ ਅਫੇਅਰ ਇਹ ਆ ਕਿ ਇੱਕ ਦੋ ਜਗ੍ਹਾ ਤੋਂ ਕਰਕੇ ਤਾਂ ਆਪਣਾ ਹੁੰਦਾ ਨਹੀਂ ਹੈਗਾ, ਸੋ ਅਸੀਂ ਕਈ ਜਗ੍ਹਾ ਤੋਂ ਕਰਨੇ ਆ। ਸੋ ਆਪਾਂ ਜਿਹੜੇ ਕਰੰਟ ਅਫੇਅਰ ਆਪਾਂ ਕਈ ਜਗ੍ਹਾ ਤੋਂ ਕਰਨੇ ਹੁੰਦੇ ਆ, ਉਹਨਾਂ ਦੇ ਵਿੱਚੋਂ ਕੁਛ ਜਿਹੜੇ ਆ ਕਿ ਮੈਂ ਕੱਢੇ ਆ, ਸਰਚ ਕੀਤੇ ਆ ਕਿ ਜਨਵਰੀ 2 ਤੋਂ ਜਨਵਰੀ 4 ਤੱਕ ਆ। ਸੋ 4 ਦਿਨ ਆਪਾਂ ਕਰਕੇ 3 4 ਦਿਨ, ਮਤਲਬ 1 2 ਦੇਖਾਂਗੇ, ਕਿਸੇ ਦਿਨ ਘੱਟ ਹੁੰਦੇ ਆ ਜਾਂ ਕਿਸੇ ਦਿਨ ਜ਼ਿਆਦਾ ਹੁੰਦੇ ਆ। ਉਹਦੇ ਬੇਸਿਸ 'ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਕੱਢਣ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਆਪਾਂ ਨੂੰ ਨੌਲੇਜ ਮਿਲਦੀ ਰਹੇ। ਸੋ ਸਟਾਰਟਿੰਗ ਕਰਦੇ ਹਾਂ ਜਨਵਰੀ 2 ਨੂੰ ਪੰਜਾਬ ਦੇ ਵਿੱਚ ਕੀ ਹੋਇਆ ਸੀ। ਉਹਦੇ ਬੇਸਿਸ ਦੇ ਉੱਤੇ ਪੰਜਾਬ ਸਟੇਟ ਡਾਟਾ ਪੋਲਿਸੀ ਜਿਹੜੀ ਆ ਕਿ ਜਨਵਰੀ ਦੇ ਵਿੱਚ ਚੇਂਜ ਹੋ ਗਈ ਸੀ। ਇਹ ਡਾਟਾ ਪੋਲਿਸੀ ਦੇ ਵਿੱਚ ਅੰਡਰ ਕੀ ਹੁੰਦਾ ਕਿ ਯੂਜ਼ਰ ਡਾਟਾ, ਜਿੱਦਾਂ ਸਾਡਾ ਡਾਟਾ ਹੁੰਦਾ ਹੈ ਕਿ ਅਸੀਂ ਆਪਣੀ ID ਪਾਉਂਦੇ ਹਾਂ, ਪਾਸਵਰਡ ਪਾਉਂਦੇ ਹਾਂ, ਅਸੀਂ ਕੀ ਚੀਜ਼ਾਂ ਯੂਜ਼ ਕਰਦੇ ਹਾਂ, ਜਾਂ E-ਗਵਰਨੈਂਸ ਨੇ ਜਿਹੜਾ ਇਹ ਰੂਲ ਕੱਢਿਆ ਹੈ ਉਹਦੇ ਅੰਡਰ ਕੀ ਚੀਜ਼ਾਂ ਇਹਨੇ ਅਮੈਂਡ ਕੀਤੀਆਂ ਨੇ। ਉਹਦੇ ਵਿੱਚ ਉਹਨੇ ਕੀ ਕੀਤਾ, ਅਲਾਉਇੰਗ ਗਵਰਨਮੈਂਟ ਟੂ ਐਕਸੈਸ ਯੂਜ਼ਰ ਡਾਟਾ ਬਾਈ E-ਗਵਰਨੈਂਸ ਸਾਈਟਸ ਐਂਡ ਸਿਸਟਮ। E-ਗਵਰਨੈਂਸ ਕੀ ਆ ਕਿ ਔਨਲਾਈਨ ਜਿਹੜੀ ਉਹ ਸਾਡੇ ਡਾਟਾ ਨੂੰ ਫੋਲੋ ਕਰਦੇ ਆ, ਜਾਂ ਅਸੀਂ ਔਨਲਾਈਨ ਸਾਈਟਸ ਦੇ ਉੱਤੇ ਆਪਣਾ ਡਾਟਾ ਪਾਉਂਦੇ ਹਾਂ, ਉਹਦੇ ਅੰਡਰ ਇਹ ਜਿਹੜਾ ਸਾਡਾ ਯੂਜ਼ਰ ਦਾ ਡਾਟਾ ਚੱਕ ਸਕਦੀ ਆ। ਅਤੇ ਇਹਦੇ ਵਿੱਚ ਉਹ ਕੀ ਕਰਨਗੇ ਕਿ E-ਗਵਰਨੈਂਸ ਦੇ ਵਿੱਚ ਉਹ ਇਹ ਦੇਖ ਸਕਦੇ ਆ ਕਿ ਯੂਜ਼ਰ ਨੂੰ ਕਿਹੜੀਆਂ ਚੀਜ਼ਾਂ ਪਸੰਦ ਆ, ਜਾਂ ਕਿਹੜੀ ਕੰਪਲੇਂਟ ਆ ਰਹੀ ਹੈ, ਜਾਂ ਕਿਹੜੇ ਸਾਡੇ ਕੋਲ ਕਹਿ ਲਓ ਕਿ ਚੀਜ਼ਾਂ ਨੂੰ ਅਸੀਂ ਡਿਸਲਾਈਕ ਕਰ ਰਹੇ ਹਾਂ। ਗਵਰਨਮੈਂਟ ਉਹਦੇ ਬੇਸਿਸ ਦੇ ਉੱਤੇ ਨਵੇਂ ਟਰੈਂਡਸ ਐਂਡ ਪਾਲਿਸੀਜ਼ ਕੱਢ ਸਕਦੀਆਂ ਨੇ। ਇਹਦੀ ਡਾਟਾ ਪੋਲਿਸੀ ਦੀ ਚੇਂਜ 2 ਤਰੀਕ ਨੂੰ ਹੋਈ ਸੀ। ਉਸੇ ਦਿਨ ਜਦੋਂ ਪੰਜਾਬ ਗਵਰਨਮੈਂਟ ਨੇ E-ਗਵਰਨੈਂਸ ਦੇ ਅੰਡਰ ਸੈਕਸ਼ਨ ਕੱਢਿਆ ਸੀ, ਉਹਦੇ ਅੰਡਰ ਉਹਨੇ ਸਾਡੇ ਕੋਲ ਸੈਕੰਡ ਸੈਕਸ਼ਨ ਵੀ ਕੱਢਿਆ। ਸੈਕੰਡ ਰੂਲ ਦੇ ਵਿੱਚ ਉਹਨੇ ਕੀ ਕੀਤਾ, ਪਟਿਆਲਾ ਦੇ ਵਿੱਚ ਇੱਕ ਨਵਾਂ ਬਲਾਕ ਕ੍ਰੀਏਟ ਕਰ ਦਿੱਤਾ। ਉਹ ਬਲਾਕ ਕੀ ਆ, ਪਟਿਆਲਾ ਰੂਰਲ, ਪੇਂਡੂ। ਪਟਿਆਲਾ ਪੇਂਡੂ ਦੇ ਵਿੱਚ ਉਹਨੇ 2 ਸੈਕਸ਼ਨ ਬਣਾਏ। 26 ਪਿੰਡ ਪਟਿਆਲੇ ਦੇ ਪਾਏ ਨੇ ਅਤੇ 32 ਗ੍ਰਾਮ ਪੰਚਾਇਤਾਂ ਨਾਭੇ ਤੋਂ ਚੱਕੀਆਂ ਨੇ। ਸੋ ਗ੍ਰਾਮ ਪੰਚਾਇਤਾਂ 26 ਪਟਿਆਲੇ ਦੀਆਂ ਹੋ ਗਈਆਂ, 32 ਨਾਭੇ ਦੀਆਂ ਹੋ ਗਈਆਂ। ਇਹ ਸਾਰਾ ਰੂਰਲ ਦੇ ਅੰਡਰ ਆ ਗਿਆ। ਇਹ ਹੁਣ ਕਹਿੰਦਾ ਕਿ ਅਮੈਂਡਮੈਂਟ ਹੁੰਦੀ ਕਿੱਦਾਂ ਆ, ਜਾਂ ਕਿਸ ਚੀਜ਼ ਦੇ ਵਿੱਚ ਉਹਨਾਂ ਨੇ ਲਾਜ਼ ਦੇ ਵਿੱਚ ਚੇਂਜ ਕੀਤੇ ਨੇ, ਜਿਹੜੇ ਕਰਕੇ ਸਾਨੂੰ ਇਹ ਚੇਂਜਸ ਦੇਖਣ ਨੂੰ ਮਿਲਦੀਆਂ ਨੇ। ਇਸ ਅਮੈਂਡਮੈਂਟ ਦੇ ਅੰਡਰ ਇਹ ਸਟਾਰਟਿੰਗ ਹੋਈ ਸੀ 1966 ਦਾ ਰੂਲ ਸੀਗਾ, ਜਿਹੜਾ ਕਿ ਹੁਣ ਅਪਰੂਵ ਹੋ ਚੁੱਕਾ ਆ ਕਿ ਆਪਾਂ ਲੋੜ ਅਨੁਸਾਰ ਕਿੱਦਾਂ ਇਹਨਾਂ ਸਾਰਿਆਂ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਇਹ ਸਾਡੇ ਕੋਲ ਇਸ ਸੈਕਸ਼ਨ ਨੂੰ ਬਿਲੋਂਗ ਕਰਦਾ। ਉਸ ਤੋਂ ਅਗਲੀ ਜਿਹੜੀ ਮੇਜਰ ਅਮੈਂਡਮੈਂਟ ਆ 1966 ਦੀ, ਜਿਹੜੀ ਮੈਂ ਗੱਲ ਕਰਨ ਲੱਗਾ ਸੀਗਾ ਕਿ ਪਾਲਿਸੀ ਚੇਂਜ ਕੀਤੀ ਹੈ। ਪਾਲਿਸੀ ਚੇਂਜ ਕੀਤੀ ਆ ਪਬਲਿਕ ਦੀ ਲਾਇਲਟੀ ਨੂੰ ਲੈ ਕੇ, ਵਰਕਰਸ ਜਿਹੜੇ ਪਬਲਿਕ ਵਰਕਰਸ ਆ ਉਹਨਾਂ ਦੀ ਲਾਇਲਟੀ ਨੂੰ ਲੈ ਕੇ ਫॉर ਵੂਮਨ, ਕਿ ਅਸੀਂ ਪਾਲਿਸੀ ਨੂੰ ਚੇਂਜ ਕੀਤਾ। ਹੁਣ ਜਿੱਦਾਂ ਵੂਮਨ ਦੇ ਵਿੱਚ ਕੀ ਆਉਂਦਾ, ਵਰਕਿੰਗ ਔਨੈਸਟੀ ਆ ਜਾਂਦੀ ਹੈ, ਸੈਕਸ਼ੂਅਲ ਹਰਾਸਮੈਂਟ ਆਉਂਦੀ ਹੈ, ਜਾਂ ਵੂਮਨ ਨੂੰ ਕੋਈ ਵੀ ਫੇਸ ਕਰਨੀਆਂ ਪੈਂਦੀਆਂ ਪ੍ਰੋਬਲਮਸ, ਉਹਦੀ ਪਾਲਿਸੀ ਦੇ ਵਿੱਚ ਕਾਫੀ ਬਦਲਾਵ ਕੀਤਾ ਗਿਆ ਹੈ ਤਾਂ ਕਿ ਵਰਕਰਸ ਹੋਰ ਔਨੈਸਟ ਹੋਣ, ਵੂਮਨ ਸੇਫਟੀ ਵੱਲ ਜ਼ਿਆਦਾ ਧਿਆਨ ਦੇਣ। ਇਹ ਲਾਅ ਨੂੰ ਵੀ ਉਹਨਾਂ ਨੇ ਪਾਸ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਮੇਜਰ ਹੈ ਕਿ ਹੁਣ ਇੱਕ ਜਨਰਲ ਕੰਸੈਂਟ ਟੂ CBI। ਜਨਰਲ ਕੰਸੈਂਟ ਮਤਲਬ ਕਹਿ ਲਓ ਕਿ ਇੱਕ CBI ਹੈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਜੋ ਕਿ ਇੱਕ ਸਪੈਸ਼ਲ ਪੁਲਿਸ ਫੋਰਸ ਹੈ ਸਾਡੀ, ਜੋ ਕੇਸਿਸ ਦੇ ਉੱਤੇ ਵੈਰੀਫਾਈ ਕਰਦੀ ਹੈ, ਜਾਂ ਕੋਈ ਕੇਸ ਜਿਹੜਾ ਵੀ ਹੁੰਦਾ ਹੈ ਉਹਨੂੰ ਚੈੱਕ ਕਰਨ ਲਈ ਖੁਦ ਆਪਣੇ ਬੇਸਿਸ ਦੇ ਉੱਤੇ, ਜਿੱਦਾਂ ਕੋਈ ਇਹਨਾਂ ਨੂੰ ਕੇਸ ਹੈਂਡਲ ਕੀਤਾ ਜਾਂਦਾ ਹੈ, ਇਹ ਆਪਣੇ ਬੇਸਿਸ ਦੇ ਉੱਤੇ ਇੱਕ ਕਹਿ ਲਓ ਕਿ ਟੀਮ ਗਠਿਤ ਕਰਦੀ ਹੈ, ਕਿਸੇ ਏਰੀਆ 'ਚ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ। ਹੁਣ ਪੰਜਾਬ ਗਵਰਨਮੈਂਟ ਨੇ ਇਸ ਦੇ ਵਿੱਚ ਥੋੜ੍ਹਾ ਜਿਹਾ ਫਰਕ ਕਰ ਦਿੱਤਾ ਹੈ। ਉਹਦੇ ਲਈ ਸਾਡੇ ਕੋਲ ਡੇਟ ਜਿਹੜੀ ਹੈ, ਉਹਨਾਂ ਨੇ ਡੇਟ ਜਿਹੜੀ ਕਿਸ ਤਰੀਕ ਨੂੰ ਹੋਇਆ, ਦੈਟ ਇਜ਼ November 8। ਯਾਦ ਰੱਖਣਾ, ਤਰੀਕਾਂ ਹੀ ਹੈ ਮੇਨ, ਜਿਹੜੀਆਂ ਤਰੀਕਸ ਨੇ, ਡੇਟਸ ਨੇ, ਵਾਟ ਵੀ ਸੇ ਦੈਟ ਦੇ ਆਰ ਵੈਰੀ ਇੰਪੋਰਟੈਂਟ ਇਨ ਦਿਸ ਪਰਟੀਕੂਲਰ ਰੀਜ਼ਨ। ਇਹਨਾਂ ਨੇ November 8 ਨੂੰ ਹੁਣ CBI ਨੂੰ ਜਿਹੜਾ ਇੱਕ ਚੀਜ਼ ਕੀਤਾ ਕਿ CBI ਜਿੱਦਾਂ ਪਹਿਲਾਂ ਆਪਣੀ ਮਰਜ਼ੀ ਨਾਲ ਇਨਵੈਸਟੀਗੇਟ ਕਰ ਸਕਦੀ, ਨਾ ਉਹ ਉਹਨਾਂ ਨੂੰ ਗਵਰਨਮੈਂਟ ਦੇ ਕੋਲੋਂ ਪਰਮਿਸ਼ਨ ਲੈਣੀ ਪਏਗੀ। ਠੀਕ ਹੈ,
ਪਰਮਿਸ਼ਨ ਲੈਣੀ ਜਿਹੜੀ ਜ਼ਰੂਰੀ ਹੋ ਜਾਂਦੀ ਹੈ। ਪਰਮਿਸ਼ਨ ਦੇ ਕੀ ਹੈ ਕਿ ਪਹਿਲਾਂ ਗਵਰਨਮੈਂਟ ਨੂੰ ਕਹਿਣਗੇ ਹਾਂਜੀ ਆਹ ਕੇਸ ਦੀ ਇਨਵੈਸਟੀਗੇਸ਼ਨ ਕਰਨੀ ਹੈ, ਗਵਰਨਮੈਂਟ ਅਲਾਓ ਕਰੇਗੀ ਤੇ ਕਰ ਸਕਦੀ ਹੈ। ਜਿੱਦਾਂ ਪਹਿਲਾਂ ਸੀਗਾ ਆਪਣੀ ਮਰਜ਼ੀ ਨਾਲ ਕਰ ਸਕਦੀ ਹੈ, ਉੱਦਾਂ ਨਹੀਂ ਕਰ ਸਕਦੀ। 2015 ਦੇ ਵਿੱਚ ਵੀ ਗਵਰਨਮੈਂਟ ਨੇ ਇੱਕ ਰੂਲ ਕੱਢਿਆ ਸੀਗਾ, ਉਸ ਦੇ ਅੰਡਰ ਉਹਨਾਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਸੀਗਾ ਸਾਡੇ ਰਿਲੀਜੀਅਸ ਮੈਟਰਸ ਦੇ ਵਿੱਚ ਇੰਟਰਫੇਅਰ ਕਰਨ ਦਾ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਰਿਲੀਜੀਅਸ ਮੈਟਰ ਅਸੀਂ ਆਪਣੇ ਬੇਸ ਤੇ ਕਰ ਲਾਂਗੇ, CBI ਡਾਇਰੈਕਟਲੀ ਸਾਨੂੰ ਇਨਵੋਲਵ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਸ ਤੋਂ ਬਾਅਦ ਕਿ ਪੰਜਾਬ ਦੇ ਇਲਾਵਾ ਹੋਰ ਕਿੰਨੇ ਚੀਜ਼ਾਂ ਦਿਖੀਆਂ, ਝਾਰਖੰਡ ਨੇ, ਕੇਰਲਾ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ ਐਂਡ ਵੈਸਟ ਬੰਗਾਲ। ਸੋ ਸਾਡਾ ਇਹ 'ਚੋਂ ਬੜਾ ਵਧੀਆ ਕੁਐਸਚਨ ਬਣ ਜਾਂਦਾ ਹੈ ਕਿ CBI ਕੰਸੈਂਟ ਜਿਹੜਾ ਆ ਕਿ ਕਿਹੜੀ ਕੰਟਰੀ ਕਿਹੜੇ ਰਾਜ ਨੇ ਕੀਤਾ ਹੋਇਆ ਆ ਜਾਂ ਸਟੇਟਸ ਨੇ ਕੀਤਾ ਹੋਇਆ ਆ, ਅਤੇ ਪੰਜਾਬ ਨੇ ਕਿੰਨੀ ਤਰੀਕ ਨੂੰ ਇਸ ਚੀਜ਼ ਨੂੰ ਅਪਲਾਈ ਕੀਤਾ ਸੀਗਾ। ਇਹ ਸਾਰਾ ਕੁਝ ਸਾਡੇ ਇਸ ਟੌਪਿਕ ਦੇ ਅੰਡਰ ਕਵਰ ਹੁੰਦਾ ਹੈ। ਤੁਸੀਂ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਮੈਂ ਇੱਕ ਲਿੰਕ ਜ਼ਰੂਰ ਵਿੱਚ ਅਪਡੇਟ ਪਾ ਦੂੰਗਾ ਕਿ ਜਦੋਂ ਮੈਂ PDF ਪਾਊਂਗਾ ਉਹਦੇ ਵਿੱਚ ਇੱਕ ਆਰਟੀਕਲ ਇਹਦੇ ਨਾਲੋਂ ਨਾਲ ਹਰੇਕ ਦੇ ਨਾਲ ਇੱਕ ਛੋਟਾ ਆਰਟੀਕਲਸ ਵੀ ਵਿੱਚ ਲਾ ਦੂੰਗਾ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਔਨ 26 ਅਕਤੂਬਰ ਨੂੰ ਸਾਡੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਡੇ ਕੀ CM ਨੇ, ਉਹਨਾਂ ਨੇ ਇੱਕ ਲਾਂਚ ਕੀਤਾ phase 2 ਫॉर ਰੂਰਲ ਡਿਵੈਲਪਮੈਂਟ। ਉਹਦੇ ਲਈ ਉਹਨਾਂ ਨੇ phase 2 ਦੇ ਵਿੱਚ 11,000 ਕਰੋੜ ਰੁਪੀਜ਼, ਕਰੋੜ ਇਹਦੇ ਕੀ ਰੁਪਏ ਉਹਨਾਂ ਨੇ ਕੀ ਕੀਤੇ ਆ, ਦਿੱਤੇ ਆ ਕਿ ਹਾਂ ਪੇਂਡੂ ਏਰੀਆ ਦਾ ਜਿਹੜਾ ਵਿਕਾਸ ਕੀਤਾ ਜਾਵੇ, ਨਦੀਆਂ ਬਣਨੇ, ਨਾਲੇ ਬਣਨੇ, ਛੱਪੜ ਬਣਨੇ ਆ। ਜਿੱਦਾਂ ਕਿ ਪਹਿਲਾਂ ਉਹਨਾਂ ਨੇ phase 1 ਦਾ ਜਿਹੜਾ ਕੀਤਾ ਜਿਸ 'ਚ 3,000 ਕਰੋੜ ਲਗਾਇਆ ਗਿਆ, ਉਹਦੇ ਵਿੱਚੋਂ ਲਗਭਗ 300 ਕਰੋੜ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਹੈ, ਜਿਹੜਾ ਕਿ ਜਦੋਂ ਅਸੀਂ ਲੁਧਿਆਣੇ ਐਂਟਰ ਕਰਦੇ ਹਾਂ ਬੜਾ ਗੰਦਾ ਜਿਹਾ ਇੱਕ ਨਾਲਾ ਆਉਂਦਾ, ਉਸ ਦੀ ਸਫਾਈ ਲਈ ਤਾਂ ਕਿ ਉਸਨੂੰ ਮੇਨਟੇਨ ਕੀਤਾ ਜਾਵੇ, ਹਾਈਜੀਨਿਕ ਕੀਤਾ ਜਾਵੇ। ਇੱਦਾਂ ਦੇ ਕੰਮ ਹੋ ਗਏ ਜਿੱਦਾਂ ਅਰਬਨ ਏਰੀਆਜ਼ ਦੇ ਨਾਲ ਰਿਲੇਟ ਕਰਦੇ, ਪਹਿਲਾਂ ਅਰਬਨ ਕੀਤਾ ਫਿਰ ਰੂਰਲ ਕੀਤਾ ਗਿਆ। ਇਹਨਾਂ ਦੇ ਵਿੱਚ ਪੈਸੇ ਦਿੱਤੇ ਜਾਂਦੇ ਆ ਗਵਰਨਮੈਂਟ ਵੱਲੋਂ ਤਾਂ ਕਿ ਇਹਨਾਂ ਦੇ ਵਿੱਚ ਸਫਾਈ ਕੀਤੀ ਜਾਵੇ, ਮੇਨਟੇਨੈਂਸ ਕੀਤੀ ਜਾਵੇ ਜਾਂ ਇੱਦਾਂ ਦਾ ਕੰਮ ਜਿਹੜਾ ਆ ਚੱਲਦਾ ਰਹੇ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਆ ਜਾਂਦਾ ਪੰਜਾਬ ਦੇ ਕਰੰਟ ਅਫੇਅਰਸ ਦੇ ਅੰਡਰ ਕਿ ਕੈਪਟਨ ਸਰਕਾਰ ਨੇ ਸਾਰਿਆਂ ਨੂੰ ਪਤਾ ਹੈ ਕਿ ਹੁਣ ਸਮਾਰਟਫੋਨ ਡਿਲੀਵਰਸ ਕੀਤੇ ਸੀਗੇ। ਇਹ ਕਿੰਨੀ ਤਰੀਕ ਨੂੰ ਕਰਨੇ ਸ਼ੁਰੂ ਕੀਤੇ? ਦੈਟ ਵਾਜ਼ ਅਗਸਤ 12 ਅਗਸਤ ਤੋਂ ਉਹਨਾਂ ਨੇ ਕਿਹਾ ਕਿ ਹਾਂ ਬੰਦੇ ਸ਼ਾਰਟਲਿਸਟ ਕਰ ਲਓ, ਹੁਣ ਦੇਣੇ ਨੂੰ ਸ਼ੁਰੂ ਕਰ ਲਓ। ਇਹ ਸਾਰੇ ਦਾ ਹੋਇਆ ਸੀਗਾ ਫਰੋਮ 12 ਅਗਸਤ। ਡੇਟਸ ਯਾਦ ਰੱਖਣਾ, ਸਮਾਰਟਫੋਨ ਡਿਲੀਵਰੀ ਬਾਏ ਕੈਪਟਨ ਗਵਰਨਮੈਂਟ ਸਟਾਰਟਡ ਫਰੋਮ ਅਗਸਤ 12। ਜਿੱਦਾਂ ਕਿ ਇਹਨਾਂ ਦੇ ਇਲੈਕਸ਼ਨ ਸਲੋਗਨ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਸਮਾਰਟਫੋਨ ਵੰਡਾਂਗੇ ਆਨਲਾਈਨ ਪੜ੍ਹਾਈ ਦੇ ਲਈ, ਇੱਦਾਂ ਦੀਆਂ ਹੈਲਪਸ ਦੇ ਲਈ। ਉਸ ਤੋਂ ਬਾਅਦ ਕੀ ਸੀਗਾ ਕਿ ਜਿੱਦਾਂ ਹੁਣ ਮਾਸਟਰ ਕੇਡਰ ਦਾ ਇੱਕ ਪੇਪਰ ਹੋਇਆ ਤਾਂ ਉਹਦੇ ਵਿੱਚ ਮੈਂ ਦੇਖਿਆ ਸੀਗਾ ਕਿ ਸਲੋਗਨ ਸੀਗਾ, ਜਿਹੜਾ ਕੁਐਸਚਨ ਆਇਆ ਸੀਗਾ ਕਿ ਅੱਛੇ ਦਿਨ ਆਏਂਗੇ ਸਲੋਗਨ ਕਿਹਨੇ ਲਾਂਚ ਕੀਤਾ ਸੀਗਾ। ਸੋ ਉਹਦੇ ਬੇਸਿਸ 'ਤੇ ਮੈਂ ਇੱਕ ਕੁਐਸਚਨ ਬਣਾਇਆ ਕਿ ਮਿਸ਼ਨ ਫਤਿਹ ਸਲੋਗਨ ਜਿਹੜਾ ਉਹ ਕਿਹਨਾਂ ਨੇ ਲਾਂਚ ਕੀਤਾ ਸੀਗਾ। ਇਹ ਸਾਡੇ CM ਆਫ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲਾਂਚ ਕੀਤਾ ਸੀਗਾ COVID-19 ਦੇ ਅੰਡਰ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਕੋਵਿਡ ਨੂੰ ਕਿੱਦਾਂ ਠੱਲ ਪਾਉਣੀ ਹੈ, ਉਹਦੇ ਲਈ ਮਿਸ਼ਨ ਫਤਿਹ ਲਾਂਚ ਕੀਤਾ ਸੀਗਾ। ਨਾਲੋਂ ਨਾਲ ਗਵਰਨਮੈਂਟ ਨੇ ਇਹ ਕਿਹਾ ਸੀਗਾ ਕਿ 2021 ਸੈਸ਼ਨ ਦੀ ਕੋਈ ਵੀ ਫੀਸ ਗਵਰਨਮੈਂਟ ਸਕੂਲਸ ਦੇ ਵਿੱਚ ਨਹੀਂ ਲਈ ਜਾਏਗੀ। ਇਹ ਵੀ ਚੀਜ਼ ਤੁਸੀਂ ਇਹਦੇ ਅੰਡਰ ਯਾਦ ਰੱਖਣੀ ਹੈ ਆਪਣੇ ਨਾਲ। ਉਸ ਤੋਂ ਬਾਅਦ ਅਗਲਾ ਨੈਕਸਟ ਜਿਹੜਾ ਇੰਪੋਰਟੈਂਟ ਸਾਡੇ ਕੋਲ ਹੈਗਾ ਆ ਦੈਟ ਇਜ਼ ਵਿਨੀ ਮਹਾਜਨ। ਵਿਨੀ ਮਹਾਜਨ ਵੈਰੀ ਇੰਪੋਰਟੈਂਟ ਨੇਮ, ਠੀਕ ਹੈ। ਇਹ ਸਾਡੇ ਕੋਲ ਫਸਟ ਵੂਮਨ ਨੇ ਜਿਹੜੇ ਕਿ ਚੀਫ ਸੈਕਟਰੀ ਆਫ ਪੰਜਾਬ ਸਾਡੇ ਲਈ ਦੇ ਪੰਜਾਬ ਦੇ ਬਣੇ ਨੇ। ਇਹ 1987 IAS ਬੈਚ ਦੇ ਅੰਡਰ ਬਿਲੋਂਗ ਕਰਦੇ ਸੀਗੇ, ਜਿਨ੍ਹਾਂ ਨੇ ਕਿ ਮਿਸਟਰ ਕਰਨ ਅਵਤਾਰ ਸਿੰਘ ਨੂੰ ਰਿਪਲੇਸ ਕੀਤਾ। ਇਹ ਬੜਾ ਇੰਪੋਰਟੈਂਟ ਹੈ, ਇਹਦੇ ਆਉਣ ਦੇ ਚਾਂਸਿਸ ਵੀ ਕਾਫੀ ਨੇ। ਉਸ ਤੋਂ ਬਾਅਦ ਸਾਡੇ ਕੋਲ ਆ ਕਿ ਕਾਸੋਵਾਲ ਬ੍ਰਿਜ। ਹੁਣ ਕਾਸੋਵਾਲ ਜਿਹੜਾ ਪਿੰਡ ਹੈ ਇਹ ਅਸਲ ਦੇ ਵਿੱਚ ਪਾਕਿਸਤਾਨ ਆ। ਕਾਸੋਵਾਲ ਦਾ ਕੁਝ ਹਿੱਸਾ ਜਿਹੜਾ ਸਾਡੇ ਕੋਲ ਹੈਗਾ ਦੈਟ ਇਜ਼ ਕਾਸੋਵਾਲ ਐਨਕਲੇਵ, ਠੀਕ ਹੈ ਜੀ। ਇਹ ਸਾਡੇ ਕੋਲ ਜਿਹੜਾ ਕਾਸੋਵਾਲ ਐਨਕਲੇਵ ਹੈ ਇਹ ਕੀ ਆ, ਇੱਕ ਬਾਰਡਰ ਏਰੀਆ ਹੈ ਸਾਡੇ ਕੋਲ ਪਾਕਿਸਤਾਨ ਦੇ ਲੱਗਦੇ ਪੰਜਾਬ ਅਤੇ ਸਾਡੇ ਪੰਜਾਬ ਦੇ ਵਿੱਚ। ਉੱਥੇ ਇੱਕ ਨਦੀ ਹੁੰਦੀ ਸੀ, ਉਹਦੇ ਉੱਤੇ ਇੱਕ ਪਲਟੂਨ ਬ੍ਰਿਜ ਆ, ਜਿੱਦਾਂ ਐਮਰਜੈਂਸੀ ਦੇ ਵੇਲੇ ਅਸੀਂ ਬਣਾ ਲਈਦਾ। ਜਦੋਂ ਮੀਂਹ ਪੈਂਦਾ ਸੀਗਾ ਤੇ ਰਾਵੀ ਦਰਿਆ ਦੇ ਉੱਤੇ ਪਾਣੀ ਇੰਨਾ ਆ ਜਾਂਦਾ ਕਿ ਬ੍ਰਿਜ ਨੂੰ ਇਕੱਠਾ ਕਰਨਾ ਪੈ ਜਾਂਦਾ ਸੀ। ਸੋ ਉਹ ਏਰੀਆ ਟੁੱਟ ਜਾਂਦਾ ਸੀ, ਕਹਿ ਲਓ ਕਿ ਉਹਦੇ ਵਿੱਚ ਇੰਟਰੂਸ਼ਨ ਹੋ ਸਕਦੀ ਸੀ ਜਾਂ ਸਮਗਲਿੰਗ ਦੇ ਚਾਂਸਿਸ ਬਹੁਤ ਵੱਧ ਜਾਂਦੇ ਕਿਉਂਕਿ ਆਵਾਜਾਈ ਬੰਦ ਹੋ ਜਾਂਦੀ ਸੀ। ਉਹਦੇ ਉੱਤੇ ਇੱਕ BRO ਨੇ ਟਾਈਮ ਤੋਂ ਪਹਿਲਾਂ ਜਿਹੜੀ ਸਾਡੀ ਬਾਰਡਰ ਰੋਡ ਆਰਗੇਨਾਈਜੇਸ਼ਨ ਹੈ, ਠੀਕ ਹੈ, ਦੈਟ ਇਜ਼ BRO, ਜਿਹੜੀਆਂ ਕਿ ਜ਼ਿਆਦਾਤਰ ਬਾਰਡਰ ਦੇ ਏਰੀਆ ਦੇ ਵਿੱਚ ਸੜਕਾਂ ਦਾ ਕੰਮ ਕਰਦੀ ਹੈ। ਇਹਨੇ ਲੋਕਲ ਪੀਪਲ ਦੀ ਸਪੋਰਟ ਦੇ ਨਾਲ ਸਾਡੇ ਇੱਕ ਬ੍ਰਿਜ ਜਿਹੜਾ ਆ ਉਹ ਕੰਪਲੀਟ ਕਰਤਾ ਐਂਡ ਦੈਟ ਕੋਸਟ 17.89 ਕਰੋੜ, ਲਗਭਗ 450 ਮੀਟਰ ਦਾ ਇਹ ਬ੍ਰਿਜ ਹੈ। ਇਹਦੀ ਲੈਂਥ ਵੀ ਯਾਦ ਰੱਖ ਲੂੰਗੇ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ, ਈਜ਼ੀ ਜੀ ਚੀਜ਼ ਆ। ਇੱਥੇ ਤੱਕ ਮੈਨੂੰ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਮੇਨ ਹੋਈਆਂ ਆ ਉਹ ਸਾਨੂੰ ਮਿਲ ਗਈਆਂ ਆ ਕਿ ਪੰਜਾਬ ਦੇ ਵਿੱਚ ਅਗਸਤ ਦੇ ਵਿੱਚ ਮੇਨ ਜਿਹੜੀਆਂ ਨੇ, ਮੈਂ ਸਾਰੀਆਂ ਨਹੀਂ ਕਹਿੰਦਾ, ਮੇਨ ਮੈਂ ਚੱਕੀਆਂ ਨੇ ਤਾਂ ਕਿ ਇਹ ਸਾਡਾ ਮੇਨ ਆ। ਬਾਕੀ ਅਸੀਂ ਸਟੈਪ ਬਾਏ ਸਟੈਪ ਹੌਲੀ ਕਵਰ ਕਰਦੇ ਰਹਾਂਗੇ। ਉਸ ਤੋਂ ਬਾਅਦ ਅੱਗੇ ਆ ਜਾਂਦੇ ਹਾਂ ਆਪਾਂ ਇੰਡੀਆ ਦੇ ਵਿੱਚ ਵੀ ਇਹ ਜਨਵਰੀ ਤੋਂ ਲੈ ਕੇ ਜਨਵਰੀ 4 ਤੱਕ ਜਾਂ ਕੀ ਜਿਹੜੇ ਸੈਗਮੈਂਟ ਆ ਉਹ ਫੋਲੋ ਹੋਏ ਆ। ਇੰਡੀਆ ਲਈ ਜਿਹੜਾ ਸਾਡੇ ਤੋਂ ਸਭ ਤੋਂ ਪਹਿਲੀ ਚੀਜ਼ ਹੋਈ ਸੀ ਕਿ ਜਿਨ੍ਹਾਂ ਦੀ ਸਾਡੇ ਸਾਰਿਆਂ ਦੇ ਅੱਜ ਕੱਲ੍ਹ ਬੜੇ ਹਾਈਲਾਈਟ ਦੇ ਉੱਤੇ ਨੇ, ਮਿਸਟਰ ਮੁਕੇਸ਼ ਅੰਬਾਨੀ। ਇਹ ਰਿਲਾਇੰਸ ਦੇ ਜਿਹੜੇ ਆ ਕਿ ਸਾਡੇ CEO ਨੇ ਜਾਂ ਮੈਨੇਜਿੰਗ ਡਾਇਰੈਕਟਰ ਹੈੱਡ ਨੇ। ਇਹਨਾਂ ਦੇ ਉੱਤੇ ਸੈਬੀ
ਜਿਹੜੀ ਸਾਡੀ ਐਸੋਸੀਏਸ਼ਨ ਹੈ ਸੈਬੀ ਨੇ ਇਹਨਾਂ ਦੇ ਉੱਤੇ ਰਿਲਾਇੰਸ ਨੂੰ 25 ਕਰੋੜ ਰੁਪਏ ਅਤੇ ਮੁਕੇਸ਼ ਅੰਬਾਨੀ ਨੂੰ 15 ਕਰੋੜ ਰੁਪਏ ਜੁਰਮਾਨਾ ਲਾਇਆ ਹੈ। ਇਹਨਾਂ ਨੇ ਕਿਹਾ ਕਿ ਇਹ ਮੈਨੂਪਲੇਟਿਵ ਟ੍ਰੇਡਸ ਕਰਦੇ ਪਏ ਸੀ ਰਿਲਾਇੰਸ ਪੈਟਰੋਲੀਅਮ ਦੇ ਨਾਮ ਦੇ ਉੱਤੇ। ਮੈਨੂਪਲੇਟਿਵ ਟ੍ਰੇਡਸ ਅਸੀਂ ਉਸ ਚੀਜ਼ ਨੂੰ ਕਹਿ ਦਿੰਦੇ ਹਾਂ ਕਿ ਜਿਹੜਾ ਕਿ ਜਾਣ ਬੁੱਝ ਕੇ ਕਦੀ ਕਿਸੇ ਚੀਜ਼ ਦਾ ਰੇਟ ਵੱਧ ਕਰ ਦੇਣਾ ਜਾਂ ਘੱਟ ਕਰ ਦੇਣਾ ਤਾਂ ਕਿ ਫਾਇਦਾ ਜਾਂ ਮੁਨਾਫਾ ਜ਼ਿਆਦਾ ਕਮਾਇਆ ਜਾਏ। ਇਸ ਕਰਕੇ ਇਹਨਾਂ ਨੂੰ 15 ਕਰੋੜ ਇੱਕ ਤੇ ਇਕੱਲੇ ਮੁਕੇਸ਼ ਅੰਬਾਨੀ ਨੂੰ 25 ਕਰੋੜ ਪੂਰੀ ਦੀ ਪੂਰੀ ਕੰਪਨੀ ਨੂੰ ਜਿਹੜਾ ਹੈ ਕਿ ਜੁਰਮਾਨਾ ਲੱਗਾ। ਉਸ ਤੋਂ ਅਗਲਾ ਜਿਹੜਾ ਸਾਡੇ ਕੋਲ ਆ ਜਾਂਦਾ ਹੈ RODTEP, that is remission of duty and taxes of export products। ਐਕਸਪੋਰਟ ਪ੍ਰੋਡਕਟਸ ਸਾਡੇ ਕੋਲ ਕਿਹੜੇ ਆ ਕਿ ਜਿਹੜੇ ਅਸੀਂ ਆਪਣੇ ਦੇਸ਼ ਤੋਂ ਬਾਹਰ ਭੇਜਦੇ ਹਾਂ, ਸਾਰੇ ਦੇ ਸਾਰੇ ਆ। ਪਹਿਲਾਂ ਕੀ ਸੀਗਾ ਕਿ ਅਸੀਂ ਜਿੱਦਾਂ ਕੁਝ ਪ੍ਰੋਡਕਟਸ ਦੇ ਉੱਤੇ ਕੀ ਸੀਗਾ ਡਿਊਟੀ ਫ੍ਰੀ ਸੀਗੇ ਕਿ ਜਿਨ੍ਹਾਂ ਨੂੰ ਅਸੀਂ ਬਾਹਰ ਜਾ ਕੇ ਵੇਚ ਸਕਦੇ ਸੀ, ਪੈਸੇ ਕਮਾ ਸਕਦੇ ਸੀਗੇ ਕਿ ਇਹ ਦੇਸ਼ ਤੋਂ ਬਾਹਰ ਵੇਚਣਾ, ਪੈਸੇ ਜ਼ਿਆਦਾ ਆਉਣਗੇ, ਟ੍ਰੇਡਸ ਵਧਾਉਣਾ, ਆਪਣੇ ਕਹਿ ਲਓ ਕਿ ਸਵਦੇਸ਼ੀ ਪ੍ਰੋਡਕਟਸ ਦਾ ਬਾਹਰਲੀ ਮਾਰਕੀਟ ਦੇ ਵਿੱਚ ਇੱਕ ਏਰੀਆ ਕਵਰ ਕਰਨਾ। ਹੁਣ ਲਗਭਗ ਸਾਰੇ ਗੁੱਡਸ ਦੇ ਉੱਤੇ ਉਹਨਾਂ ਨੂੰ ਇਸ ਟੈਕਸ ਤੋਂ ਥੋੜ੍ਹਾ ਵੱਧ ਕਰਦਾ ਕਿਉਂਕਿ ਇੱਕ ਤਰ੍ਹਾਂ ਦਾ ਟੈਕਸ ਨਹੀਂ ਲੱਗਦਾ, ਸਟੇਟ ਟੈਕਸ ਲੱਗਦਾ ਸੀ, ਟਰਾਂਸਪੋਰਟ ਟੈਕਸ ਲੱਗਦਾ ਸੀ, ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਆਪਣਾ ਟੈਕਸ ਲਾਉਂਦੀ ਹੁੰਦੀ ਸੀਗੀ। ਇਹ ਸਾਰੇ ਟੈਕਸ ਕਰਕੇ ਜਿਹੜਾ ਪ੍ਰੋਡਕਟ ਦੀ ਜਿਹੜੀ ਅਮਾਊਂਟ ਸੀ ਉਹ ਬਾਹਰ ਜਾਂਦਿਆਂ ਦੇ ਕਾਫੀ ਵੱਧ ਜਾਂਦੀ ਸੀ। ਸੋ ਤਾਂ ਕਿ ਸਾਡਾ ਪ੍ਰੋਡਕਟ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਜਾ ਸਕੇ ਇਸ ਕਰਕੇ ਇਹਨਾਂ ਨੇ ਰਿਮਿਸ਼ਨ ਕਰ ਦਿੱਤੀ ਹੈ, ਮਤਲਬ ਡਿਊਟੀਜ਼ ਦੇ ਉੱਤੇ ਟੈਕਸਿਸ ਨੂੰ ਲਗਭਗ ਬੰਦ ਕਰ ਦਿੱਤਾ ਲਗਭਗ ਸਾਰਿਆਂ ਦੇ ਉੱਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਟ੍ਰੇਡ ਬਣ ਸਕੇ। ਉਸ ਤੋਂ ਅਗਲਾ ਸਾਡੇ ਲਈ ਹੈਗਾ ਆ ਦੈਟ ਇਜ਼ ਅੰਡਰ ਮਿਨਿਸਟਰੀ ਆਫ ਡਿਫੈਂਸ। ਡਿਫੈਂਸ ਦੇ ਵਿੱਚ ਕੀ ਹੈਗਾ ਆ ਕਿ ਜਿਹੜੀ ਸਾਡੀ ਭਾਰਤ ਇਲੈਕਟ੍ਰੀਕਲ ਲਿਮਿਟਿਡ ਹੈ। ਹੁਣ ਜਿਹੜੀ ਭਾਰਤ ਇਲੈਕਟ੍ਰੀਕਲ ਲਿਮਿਟਿਡ ਹੈ ਇਹ ਸਾਡੀ ਇੱਕ ਕੰਪਨੀ ਹੈ, ਸਾਡੀ ਸਰਕਾਰੀ ਕੰਪਨੀ ਹੈ ਕਹਿ ਸਕਦੇ ਹੋ ਤੁਸੀਂ। ਇਹਨਾਂ ਦੇ ਅੰਡਰ ਇੱਕ ਨੇਵਲ ਗਨ ਜਿਹਦਾ ਫਾਇਰ ਸਿਸਟਮ ਹੁੰਦਾ ਹੈ, ਮਤਲਬ ਕਿ ਜਿੱਦਾਂ ਸ਼ਿਪਸ ਦੇ ਉੱਤੇ ਅਸੀਂ ਬੰਦੂਕ ਲੱਗਦੀਆਂ ਦੇਖਦੇ ਹਾਂ ਨਾ, ਉਹਨੂੰ ਕੰਟਰੋਲ ਕਰਨ ਦਾ ਇੱਕ ਸਿਸਟਮ ਹੈ। ਉਸ ਨੂੰ ਅਸੀਂ ਲਾਈਨੈਕਸ U2 ਦਾ ਨਾਮ ਦਿੰਦੇ ਹਾਂ। ਇਹ ਜਿਹੜਾ ਲਾਈਨੈਕਸ U2 ਹੈ, ਲਾਈਨੈਕਸ U2 ਨਾਲ ਸਾਡੇ ਕੋਲ ਕੀ ਹੈ ਕਿ ਇਹਨਾਂ ਕੰਟਰੋਲ ਕੀਤਾ ਜਾ ਸਕਦਾ ਅਸੀਂ ਉਸ ਗਨਸ ਨੂੰ। ਕਿਹੜੀਆਂ ਗਨਸ ਨੇ? ਫੋਰ ਐਗਜ਼ਾਮਪਲ ਅਸੀਂ ਗਨਸ ਦਾ ਨਾਮ ਲਿਖ ਲੈਂਦੇ ਹਾਂ ਕਿ ਜਿੱਦਾਂ ਰਸ਼ੀਅਨ ਮੇਡ ਹੈਗੀਆਂ ਸਾਡੇ ਕੋਲ 190, ਠੀਕ ਹੈ, A190, AK176 ਇਹਦੇ ਅੰਡਰ ਹੀ ਆਉਂਦੀ ਹੈ, ਨਾਲੋਂ ਨਾਲ ਆ ਜਾਂਦੀ ਹੈ AK630 ਇਹਦੇ ਅੰਡਰ ਹੀ ਬੰਦੂਕਾਂ ਆ ਜਾਂਦੀਆਂ ਨੇ। ਇਹਨਾਂ ਨੂੰ ਅਸੀਂ ਇਹਨਾਂ ਦੀ ਮਦਦ ਨਾਲ ਕੰਟਰੋਲ ਕਰ ਸਕਦੇ ਹਾਂ ਅਤੇ ਇਹਦੇ ਲਈ ਉਹਨਾਂ ਨੇ ਇੱਕ ਡੀਲ ਕੀਤੀ ਹੈ ਭਾਰਤ ਇਲੈਕਟ੍ਰੋਨਿਕਲਸ ਲਿਮਿਟਿਡ ਦੇ ਨਾਲ ਕਿ ਸਾਨੂੰ ਇੱਕ ਇੱਦਾਂ ਦਾ ਸਿਸਟਮ ਬਣਾ ਕੇ ਦਿਓ ਜਿਨ੍ਹਾਂ ਨਾਲ ਅਸੀਂ ਗਨਸ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕੀਏ ਇਹਨਾਂ ਨੂੰ। ਉਸ ਤੋਂ ਅਗਲਾ ਹੈਗਾ ਸਾਡੇ ਕੋਲ PM ਲੈਡ ਫਾਊਂਡੇਸ਼ਨ ਆਫ ਲਾਈਟ ਹਾਊਸ। ਲਾਈਟ ਹਾਊਸ ਇਹ ਨਾ ਸਮਝ ਲਿਓ ਕਿ ਅਸੀਂ ਇੱਕ ਸਮੁੰਦਰ ਕੰਢੇ ਜਿਹੜੇ ਲਾਈਟ ਹਾਊਸ ਆ ਉਹਨਾਂ ਲਾਈਟ ਹਾਊਸ ਦੀ ਗੱਲ ਕਰਦੇ ਪਏ। ਲਾਈਟ ਹਾਊਸ ਇੱਕ ਇੱਦਾਂ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਅਲੱਗ-ਅਲੱਗ ਸਟੇਟਸ ਏਰੀਆਜ਼ ਦੇ ਵਿੱਚ ਜਿੱਦਾਂ ਕਿ ਅਗਰਤਲਾ ਤ੍ਰਿਪੁਰਾ ਦੇ ਵਿੱਚ, ਰਾਂਚੀ, ਲਖਨਊ, ਇੰਦੌਰ, ਰਾਜਕੋਟ, ਚੇਨਈ, ਇਹਨਾਂ ਏਰੀਆਜ਼ ਦੇ ਵਿੱਚ ਸਰਕਾਰ ਘਰ ਬਣਾਏਗੀ। ਘਰ ਕਿਹੜੇ ਹੋਣਗੇ? ਇਨਵਾਇਰਮੈਂਟ ਫਰੈਂਡਲੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਤੁਸੀਂ ਰਹਿਣਾ ਮਤਲਬ ਸਸਤਾ ਹੋਵੇ, ਕਾਸਟ ਐਫੀਸ਼ੀਐਂਟ ਹੋਵੇ, ਕੰਸਟਰਕਸ਼ਨ ਘੱਟ ਹੋਵੇ, ਇੱਦਾਂ ਦੇ ਘਰ ਬਣਾਉਣਾ ਤਾਂ ਕਿ ਜਿਹੜੇ ਕਿ ਘੱਟ ਖਰਚੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਪੋਰਟ ਕਰ ਸਕਣ। ਇਹਦਾ ਕਾਰਪੇਟ ਏਰੀਆ ਕੀ ਹੋਏ? ਕਾਰਪੇਟ ਏਰੀਆ ਮਤਲਬ ਜਿਹਨੂੰ ਅਸੀਂ ਫਲੋਰ ਕਹਿ ਦਿੰਦੇ ਹਾਂ, ਇਹ 34.50 ਮੀਟਰ ਸਕੁਏਅਰ, ਮਤਲਬ ਕਿ 34x34 ਦਾ ਇੱਕ ਪਲਾਟ ਮੀਟਰ ਦਾ ਜਿਹੜੇ ਹਿਸਾਬ ਨਾਲ ਇੱਦਾਂ ਆਪਾਂ ਲਾ ਲਈਏ ਕਿ ਇੱਧਰੋਂ ਵੀ 34 ਹੋ ਜਾਏ, ਇੱਧਰੋਂ ਵੀ 34 ਹੋ ਜਾਏ, ਇੱਦਾਂ ਦਾ ਪਲਾਟ ਹੋਏਗਾ ਜਿਹਦੇ ਵਿੱਚ ਲਗਭਗ 415 ਸਕੁਏਅਰ ਫੁੱਟ ਦਾ ਇੱਕ ਫਲੈਟ ਬਣੇਗਾ। ਅਤੇ ਇਹਦੇ ਵਿੱਚ ਬਿਲਡਿੰਗ ਕਿੰਨੀ ਸਟੋਰੀ ਹੋਏਗੀ? 14 ਸਟੋਰੀ ਬਿਲਡਿੰਗ ਹੋਏਗੀ। ਟੋਟਲ 1040 ਫਲੈਟਸ ਬਣਾ ਕੇ ਦੇਣਗੀ। ਕੌਣ ਬਣਾ ਕੇ ਦੇਗੀ? ਇੰਡੀਅਨ ਗਵਰਨਮੈਂਟ ਇਹਨਾਂ ਏਰੀਆਜ਼ ਦੇ ਵਿੱਚ ਬਣਾਏਗੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਵਾਸ ਯੋਜਨਾ ਦੇ ਅੰਡਰ ਕਹਿ ਲਓ ਕਿ ਆਵਾਸ ਯੋਜਨਾ ਨੂੰ ਨਵਾਂ ਨਾਮ ਦੇ ਦਿੱਤਾ ਲਾਈਟ ਹਾਊਸ ਪ੍ਰੋਜੈਕਟ, ਜਿੱਦਾਂ 6 ਸਟੇਟਸ ਦੇ ਵਿੱਚ ਇਹਨਾਂ ਨੇ ਬਣਾਇਆ ਤਾਂ ਕਿ ਲੋਕਾਂ ਨੂੰ ਉੱਥੇ ਰਹਿਣ ਲਈ ਜਿਹੜਾ ਕਿ ਜ਼ਿਆਦਾ ਤੋਂ ਜ਼ਿਆਦਾ ਅਕਮੋਡੇਟ ਕੀਤਾ ਜਾ ਸਕੇ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਕਿ ਜਿੱਦਾਂ ਪਹਿਲਾਂ ਇੰਡੀਆ ਦੇ ਵਿੱਚ ਕੀ ਸੀਗਾ ਕਿ ਦੁਕਾਨ ਦੇ ਉੱਤੇ ਕੋਈ ਵੀ ਸੇਲ ਹੁੰਦੀ ਸੀ ਕਿ ਜਿੱਦਾਂ ਕੋਈ ਵੀ ਅਸੀਂ ਪ੍ਰੋਡਕਟ ਸੇਲ ਕਰਦੇ, ਫੋਰ ਐਗਜ਼ਾਮਪਲ ਟੋਬੈਕੋ ਪ੍ਰੋਡਕਟਸ, ਠੀਕ ਹੈ, ਇਹ ਟੋਬੈਕੋ ਹੋ ਗਿਆ ਕਿ ਸਿਗਰਟ ਹੋ ਗਈ, ਖੈਨੀ ਹੋ ਗਈ, ਇੱਦਾਂ ਦੇ ਸੀ। ਪਹਿਲਾਂ ਦੁਕਾਨ ਤੋਂ ਜਾ ਕੇ 18 ਸਾਲ ਤੱਕ ਦਾ ਜਿਹੜਾ ਵੀ ਬੱਚਾ ਸੀਗਾ ਉਹ ਵੀ ਇਸ ਨੂੰ ਲੈ ਸਕਦਾ ਸੀ। ਹੁਣ ਗਵਰਨਮੈਂਟ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਕਿ 18 ਸਾਲ ਦੇ ਬੱਚੇ ਨੂੰ ਵੀ ਕੋਈ ਟੋਬੈਕੋ ਪ੍ਰੋਡਕਟ ਦੀ ਸੇਲ ਨਹੀਂ ਕੀਤੀ ਜਾਏਗੀ। ਮਿਨੀਮਮ ਏਜ ਕਿੰਨੀ ਕਰ ਦਿੱਤੀ ਹੈ? 21, ਠੀਕ ਹੈ। ਉਸ ਤੋਂ ਬਾਅਦ ਇੰਡੀਅਨ ਆਰਮੀ ਨੇ ਇੱਕ ਹੋਰ ਨਵਾਂ ਵੱਡਾ ਜਿਹੜਾ ਇਹ ਫੈਸਲਾ ਲਿਆ ਹੈ। ਇੰਡੀਅਨ ਆਰਮੀ ਦੇ ਅੰਡਰ ਕੀ ਆਇਆ ਕਿ ਇੰਡੀਅਨ ਆਰਮੀ ਨੇ 12 ਫਾਸਟ ਪੋਰਟਲ ਬੋਟਸ ਬਣਾਈਆਂ, ਜਿਹੜੀਆਂ ਪੈਟਰੋਲ ਬੋਟਸ ਉਹਨੇ ਕੀ ਕੀਤੀਆਂ ਨੇ ਕਿ ਖਰੀਦੀਆਂ ਨੇ, ਇੱਕ ਡੀਲ ਕੀਤੀ ਹੈ। ਕਿਹਦੇ ਨਾਲ ਕੀਤੀ ਹੈ? ਗੋਆ ਦਾ ਸ਼ਿਪਯਾਰਡ ਲਿਮਿਟਿਡ ਇੱਕ ਕੰਪਨੀ ਦਾ ਨਾਮ ਹੈ, ਤਾਂ ਕਿ ਲੱਦਾਖ ਦੀ ਜਿੱਦਾਂ ਲੇਕ ਟੂਸੋ ਹੋਈ ਇਹਨਾਂ ਦੇ ਵਿੱਚ ਜਾ ਕੇ ਇੱਥੇ ਬੜੀ ਤੇਜ਼ੀ ਦੇ ਨਾਲ ਇੱਕ ਤੋਂ ਦੂਜੇ ਪੁਆਇੰਟ 'ਤੇ ਜਾ ਕੇ ਪੈਟਰੋਲਿੰਗ ਕੀਤੀ ਜਾ ਸਕੇ ਕਿ ਕੋਈ ਹੁਣ ਹੋਰ, ਪਹਿਲਾਂ ਤਾਂ ਅਸੀਂ ਇੰਨੇ ਕੌਨਸ਼ੀਅਸ ਨਹੀਂ ਸੀਗੇ ਲੇਕਿਨ ਹੁਣ ਜਿੱਦਾਂ ਚਾਈਨਾ ਦੀ ਇੰਟਰੂਜਨ ਚੱਲਦੀ ਜਾਂਦੀ ਹੈ ਹੁਣ ਗਵਰਨਮੈਂਟ ਵੀ ਨਾਲੋਂ ਨਾਲ ਸਾਡੀ ਆਰਮੀ ਵੀ ਇਸ ਚੀਜ਼ ਦੇ ਉੱਤੇ ਕਾਫੀ ਪਰਟੀਕੂਲਰ ਹੋਈ ਜਾਂਦੀ ਹੈ ਦੈਟ ਵੀ ਸ਼ੁੱਡ ਰੇਜ਼ ਅਪ ਆਵਰ ਡਿਫੈਂਸ ਸਿਸਟਮ। ਸੋ ਟੂ ਇੰਪਰੂਵ ਦੈਟ ਡਿਫੈਂਸ ਸਿਸਟਮ ਐਟ ਅ ਹਾਇਰ ਲੈਵਲ ਵੀ ਨੀਡ ਪੈਟਰੋਲ ਬੋਟਸ ਇਨ ਦੈਟ ਲੇਕ।
ਸੋ ਉਸ ਪੈਟਰੋਲ ਬੋਟ ਨੂੰ ਲੇਕ ਦੇ ਵਿੱਚ ਵਧਾਉਣ ਦੇ ਲਈ ਅਸੀਂ ਕੀ ਕੀਤਾ ਆ ਕਿ ਇੱਕ 12 ਹੋਰ ਬੋਟਸ ਸਾਡੀ ਜਿਹੜੀ ਇੰਡੀਅਨ ਆਰਮੀ ਨੇ ਉੱਥੇ ਖਰੀਦਣੀਆਂ ਨੇ, ਉਹਨਾਂ ਦਾ ਡੀਲ ਕੀਤੀ ਹੈ ਗੋਆ ਸ਼ਿਪਯਾਰਡ ਨਾਲ ਕਿ ਜਲਦੀ ਤੋਂ ਜਲਦੀ ਸਾਨੂੰ ਇਹਦੀਆਂ ਡਿਲੀਵਰ ਕਰੋ। ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਅੰਡਰ ਫੂਡ ਡਿਪਾਰਟਮੈਂਟ ਇਹ ਸਾਡੇ ਕੋਲ ਬੜੀ ਇੰਪੋਰਟੈਂਟ ਚੀਜ਼ ਆ ਅਤੇ ਸਾਡੀ ਸਿਹਤ ਲਈ ਵੀ ਕੰਮ ਦੀ ਚੀਜ਼ ਹੈ ਕਿ ਟਰਾਂਸ ਫੈਟ ਕਹ ਲਓ ਕਿ ਜੀ ਜਿਹੜੀ ਆਪਣੀਆਂ ਚੀਜ਼ ਬਰਗਰ ਵਗੈਰਾ ਹੋ ਗਈ ਜਿਹੜਾ ਮੋਟਾਪਾ ਪੈਦਾ ਕਰਦੇ ਆ, ਜਿੱਦਾਂ ਮੇਰੇ ਵਰਗਾ ਕੋਈ ਬੰਦਾ ਹੋ ਗਿਆ ਜਿਹਨੂੰ ਬਰਗਰ ਖਾਣੇ ਬੜੇ ਪਸੰਦ ਹੈ ਜਾਂ ਪੀਜ਼ਾ ਖਾਣਾ ਬੜਾ ਪਸੰਦ ਹੈ, ਉਹ ਕੀ ਹੈ ਟਰਾਂਸ ਫੈਟ ਅਸੀਂ ਜਿਹੜੀ ਚੀਜ਼ ਵਗੈਰਾ ਖਾਂਦੇ ਹਾਂ ਕਾਫੀ ਜ਼ਿਆਦਾ ਮਾਤਰਾ 'ਚ ਖਾਂਦੇ ਹਾਂ। ਇਹ ਕਿਹਨਾਂ ਵਿੱਚ ਹੁੰਦੀ ਹੈ, ਵੈਜੀਟੇਬਲ ਆਇਲ ਹੋ ਗਏ, ਰਿਫਾਈਨਡ ਆਇਲ ਹੋ ਗਏ, ਸਪਰੈਡਸ ਹੋ ਗਏ, ਚੀਜ਼ ਸਪਰੈਡ ਜਿਹੜੀ ਸਾਡੇ ਕੋਲ ਹੁੰਦੀ ਹੈ ਆਪਾਂ ਬ੍ਰੈਡ ਉੱਤੇ ਲਾਉਂਦੇ ਹਾਂ, ਵਨਸਪਤੀ ਹੋ ਗਈ, ਹੋਰ ਇੱਦਾਂ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਵਿੱਚ ਟਰਾਂਸ ਫੈਟ ਹੁਣ ਘੱਟੋ ਘੱਟ 3% ਹੋਏਗੀ ਜਾਂ ਉਹ ਤੋਂ ਘੱਟ ਤਾਂ ਹੀ ਪ੍ਰੋਡਕਟ ਮਾਰਕੀਟ 'ਚ ਵਿਕ ਸਕਦਾ ਹੈ। ਹੋਰ ਸਾਡੀ ਇੰਡਸਟਰੀ ਦਾ ਇਹਦੇ ਅੰਡਰ ਫਸਾਈ ਜਿਹੜੀ ਕਿ ਸਾਡੇ ਕੋਲ ਫੂਡ ਐਂਡ ਸੇਫਟੀ ਜਿਹੜੀ ਸਾਡੇ ਕੋਲ ਹੈਗੀ ਹੈ ਫਸਾਈ, ਠੀਕ ਹੈ, ਆਰਗੇਨਾਈਜੇਸ਼ਨ ਆਫ ਇੰਡੀਆ, ਇਹ ਜਿਹੜੀ ਫਸਾਈ ਆ ਇਹਨੇ ਹੋਰ ਕੀ ਕੀਤਾ ਹੈ ਕਿ 2021 ਤੱਕ ਅਸੀਂ ਇਸ ਨੂੰ ਘਟਾ ਕੇ 2% ਲਿਆਵਾਂਗੇ ਤਾਂ ਕਿ ਹੈਲਦੀ ਖਾਣਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਕਿ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਉਹ ਤੋਂ ਅੱਗੇ ਜੀ ਸਾਡੇ ਕੋਲ ਆ ਜਾਂਦਾ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਮਿਸਟਰ ਨਰਿੰਦਰ ਦਾਮੋਦਰ ਦਾਸ ਮੋਦੀ PM ਸਾਹਿਬ, ਉਹਨਾਂ ਨੇ ਕੀ ਕੀਤਾ ਹੈ CSIR ਸਾਡੇ ਕੋਲ ਮਟੀਰੀਓਲੋਜੀ ਹੈ ਜਿੱਦਾਂ ਕਿ ਇਹਦਾ ਰੇਡੀਓ ਐਕਟਿਵ ਐਲੀਮੈਂਟਸ ਹੋ ਗਏ ਜਾਂ ਹੋਰ ਸਾਡੇ ਕੋਲ ਮਟੀਰੀਓਲੋਜੀਕਲ ਐਲੀਮੈਂਟਸ ਹੋ ਗਏ, ਉਹਨਾਂ ਦੀ ਜਿਹੜੀ ਫਾਊਂਡੇਸ਼ਨ ਜਿਹੜੀ ਹੋਈ ਸੀ January 4th, ਵੈਰੀ ਇੰਪੋਰਟੈਂਟ, January 4th ਡੇਟ ਯਾਦ ਰੱਖਣਾ, ਇਹ ਇਸ ਦਾ ਫਾਊਂਡੇਸ਼ਨ ਡੇ ਵੀ ਹੈ ਕਿ ਇਸ ਦਿਨ ਉਹਨਾਂ ਨੇ ਉੱਥੇ ਜਾ ਕੇ ਸ਼ਿਰਕਤ ਕੀਤੀ ਹੈ ਅਤੇ ਇਸ ਦਾ 75th ਫਾਊਂਡੇਸ਼ਨ ਡੇ ਨੂੰ ਸੈਲੀਬ੍ਰੇਟ ਕੀਤਾ ਹੈ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਸੀ ਪਲੇਨ। ਹੁਣ ਸੁਣਦੇ ਸਾਰੀ ਪਤਾ ਹੈ ਸਮੁੰਦਰੀ ਜਹਾਜ਼ ਜਿਹਨੂੰ ਅਸੀਂ ਕਹਿ ਲੈਣਾ ਆਪਣੇ ਸਮੁੰਦਰੀ ਜਹਾਜ਼, ਲੇਕਿਨ ਸਮੁੰਦਰੀ ਜਹਾਜ਼ ਦਾ ਇਹ ਮਤਲਬ ਨਹੀਂ ਹੈ ਕਿ ਜਿਹੜੀ ਸ਼ਿਪ ਆ ਸੀ ਪਲੇਨ ਦਾ ਮਤਲਬ ਕੀ ਹੈ ਕਿ ਹੁਣ ਜਿੱਦਾਂ 에ਅਰਪੋਰਟ ਤੋਂ ਪਲੇਨਸ ਉੱਡਦੇ ਨੇ, ਇੱਕ 에ਅਰਪੋਰਟ ਤੋਂ ਉੱਡਦੇ ਆ ਦੂਜੇ ਤੇ ਲੈਂਡ ਹੁੰਦੇ ਆ, ਇਸੇ ਤਰੀਕੇ ਨਾਲ ਇੱਕ ਵਾਟਰ ਬੋਡੀਜ਼ ਜਿੱਥੇ ਕਾਫੀ ਜ਼ਿਆਦਾ ਵਾਟਰ ਹਾਈ ਅਮਾਊਂਟ ਦੇ ਵਿੱਚ ਵਾਟਰ ਸਾਨੂੰ ਮਿਲ ਜਾਂਦਾ, ਉਹਨਾਂ ਵਾਟਰ ਬੋਡੀਜ਼ ਦੇ ਵਿੱਚ ਜਾ ਕੇ ਤਾਂ ਕਿ ਅਸੀਂ ਕੀ ਕਰ ਸਕੀਏ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣਾ ਥੋੜ੍ਹਾ ਸੌਖਾ ਹੋਵੇ। ਛੋਟੇ ਪਲੇਨਸ ਹੁੰਦੇ ਨੇ ਜਿਹੜੇ ਪਾਣੀ ਉੱਤੇ ਲੈਂਡ ਹੁੰਦੇ ਨੇ ਅਤੇ ਪਾਣੀ ਤੋਂ ਰਾਈਜ਼ ਕਰ ਜਾਂਦੇ ਨੇ, ਇਹਨਾਂ ਦੇ ਲਈ ਉਹਨਾਂ ਨੇ ਇੱਕ ਏਰੀਆ ਸਿਲੈਕਟ ਕੀਤਾ ਜਿਸ ਨੂੰ ਨਾਮ ਦਿੱਤਾ ਹੈ ਸਾਗਰਮਾਲਾ ਸੀ ਪਲੇਨ ਪਰਿਯੋਜਨਾ, ਜਿੱਦਾਂ ਜੇ ਪੰਜਾਬੀ 'ਚ ਬੋਲੀਏ ਸਾਗਰਮਾਲਾ ਪਰਿਯੋਜਨਾ, ਇਨ ਇੰਗਲਿਸ਼ ਸਾਗਰਮਾਲਾ ਨੂੰ ਉਹਨਾਂ ਨੇ ਕੰਟੀਨਿਊ ਕੀਤਾ ਹੈ ਅਤੇ ਨਾਲ ਲਿਆ ਸੀ ਪਲੇਨ ਸਰਵਿਸ ਪ੍ਰੋਜੈਕਟ। ਇਨ ਦਿਸ ਪ੍ਰੋਜੈਕਟ ਉਹ ਕੀ ਕਰਨਗੇ, ਆ ਸਾਡੇ ਕੋਲ 10 ਡਿਫਰੈਂਟ ਲੋਕੇਸ਼ਨ ਆ, ਅੰਡੇਮਾਨ ਨਿਕੋਬਾਰ ਆਈਲੈਂਡ, ਲਕਸ਼ਦੀਪ, ਗੁਹਾਟੀ ਰਿਵਰ ਪੋਰਟ, ਯਮਨਾ ਰਿਵਰ ਫਰੰਟ, ਇਹ ਉਮਰੰਗਾ, ਯਾਰ ਇੱਕ ਤਾਂ ਇਹ ਨਾਮ ਥੋੜ੍ਹੇ ਜਿਹੇ ਡਿਫੀਕਲਟ ਲੱਗਦੇ ਨੇ ਮੈਨੂੰ, ਠੀਕ ਹੈ, ਉਮਰੰਗਸੋ ਰਿਜ਼ਰਵਾਇਰ, ਮੁੰਬਈ, ਦਵਾਰਕਾ, ਕੰਡਿਆ, ਕਿਨਸਾਈ ਡੈਮ ਅਤੇ ਨਾਲ ਐਰਿਕਾ ਡੈਮ ਵੀ ਇਹ ਸਾਡੇ ਕੋਲ ਸਾਰੇ ਕੀ ਆ ਦੇਸ਼ ਦੇ ਡਿਫਰੈਂਟ ਟਾਈਪ ਆਫ ਵੱਡੇ ਵਾਟਰ ਰਿਜ਼ਰਵਾਇਰਸ ਨੇ। ਇਹ ਸਾਰੇ ਰਿਜ਼ਰਵਾਇਰਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਹੁਣ ਪਲੇਨਸ ਇੱਕ ਜਗ੍ਹਾ ਤੋਂ ਚੱਲਣਗੇ ਦੂਜੀ ਜਗ੍ਹਾ 'ਤੇ ਲੈਂਡ ਹੋਣਗੇ ਤਾਂ ਨਾਲ ਲੋਕਾਂ ਨੂੰ ਕਨੈਕਟੀਵਿਟੀ ਜ਼ਿਆਦਾ ਹੋ ਜਾਏਗੀ। ਏਅਰਪੋਰਟਸ ਦੇ ਇਲਾਵਾ ਹੁਣ ਸਾਡੇ ਕੋਲ ਕਹਿ ਲਓ ਕਿ ਸਮੁੰਦਰੀ ਦਾ ਵੀ ਏਰੀਆ ਬਣਦਾ ਹੈ। ਇਸ ਦੀ ਮੇਨ ਹੱਬ ਜਿਹੜੀ ਹੋਏਗੀ ਮੁੰਬਈ ਦੇ ਵਿੱਚ ਹੋਏਗੀ। ਮੁੰਬਈ ਸਾਡੀ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ, ਉਹਦੇ ਵਿੱਚ ਕੀ ਸਾਡੀ ਮੇਨ ਹੱਬ ਹੋਏਗੀ। ਹੁਣ ਇਸ ਤੋਂ ਬਾਅਦ ਸਾਡੇ ਕੋਲ ਕੀ ਆ ਕਿ ਮੇਨ ਜਿਹੜੇ 4 ਤਰੀਕ ਤੱਕ ਜਿੰਨੇ ਵੀ ਮੇਨ ਸੀ ਉਹ ਮੈਂ ਚੱਕੇ ਆ ਤਾਂ ਕਿ ਇਹ ਬੇਸਿਕ ਆ, ਇਹਨਾਂ 'ਚੋਂ ਕੁਐਸਚਨ ਆਉਣ ਦੇ ਕਾਫੀ ਜ਼ਿਆਦਾ ਚਾਂਸਿਸ ਹੁੰਦੇ ਆ। ਬਾਕੀ ਆਪਾਂ ਰੁਕਣਾ ਤਾਂ ਹੈ ਨਹੀਂ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ। ਹੁਣ ਥੋੜ੍ਹੇ ਜਿਹੇ ਆਪਾਂ ਇੰਟਰਨੈਸ਼ਨਲ ਵੀ ਦੇਖ ਲੈਂਦੇ ਹਾਂ। ਅੱਗੇ ਸਾਡੇ ਕੋਲ ਇੰਟਰਨੈਸ਼ਨਲ ਅਫੇਅਰਸ ਆ ਗਏ, ਉਹਨਾਂ ਦਿਨਾਂ ਦੇ ਵਿੱਚ ਹੀ ਹੋਏ ਸੀ। ਇਹਦੇ ਵਿੱਚ ਜਨਵਰੀ ਦੀ ਸਟਾਰਟਿੰਗ ਦੇ ਵਿੱਚ ਹੀ ਕੀ ਹੋਇਆ ਕਿ ਅਰਜਨਟੀਨਾ ਦੇ ਵਿੱਚ ਜਿਹੜਾ ਅਬੋਰਸ਼ਨ ਹੈ, ਜਿੱਦਾਂ ਹੁਣ ਸਾਡੀ ਕੰਟਰੀ 'ਚ ਤਾਂ ਅਬੋਰਸ਼ਨ ਅਲਾਊਡ ਹੀ ਨਹੀਂ ਹੈ, ਅਰਜਨਟੀਨਾ ਦੇ ਵਿੱਚ ਪਹਿਲਾਂ ਜਿਹੜਾ ਅਬੋਰਸ਼ਨ ਸੀਗਾ ਉਹ 20 ਵੀਕਸ, ਠੀਕ ਹੈ ਜੀ, 20 ਵੀਕਸ ਤੱਕ ਅਲਾਊਡ ਸੀਗਾ, ਉਸਨੂੰ ਵਧਾ ਕੇ ਹੁਣ 24 ਵੀਕਸ ਕਰ ਦਿੱਤਾ ਗਿਆ, ਠੀਕ ਹੈ। ਜੇ ਅਸੀਂ ਦੇਖੀਏ ਕਿ 24 ਵੀਕਸ ਲਗਭਗ ਅਸੀਂ ਕਹਿ ਦਈਏ 6 ਚੌਕਾ 24 ਲਗਭਗ ਕਹਿ ਲਓ ਕਿ 6 ਮੰਥ ਲਾ ਕੇ ਚੱਲੀਏ, 6 ਮੰਥ ਦੇ ਬੇਬੀ ਨੂੰ ਵੀ ਉਹਨੂੰ ਅਬੋਰਟ ਕਰਨ ਦੀ ਉੱਥੇ ਪਰਮਿਸ਼ਨ ਮਿਲ ਗਈ। ਕਾਫੀ ਜ਼ਿਆਦਾ ਲਾਅ ਦਾ ਵਿਰੋਧ ਵੀ ਹੋ ਰਿਹਾ ਸੀ, ਲੇਕਿਨ ਫਿਰ ਵੀ ਗਵਰਨਮੈਂਟ ਨੇ ਕੁਝ ਸੋਚ ਕੇ ਕੀਤਾ ਹੋਏਗਾ। ਐਕਚੁਅਲੀ ਜਿਹੜਾ ਪਹਿਲਾ ਲਾਅ ਜਿਸ ਨੂੰ ਡਿਮੋਲਿਸ਼ ਕੀਤਾ ਗਿਆ 20 ਵਾਲਾ, ਉਹ 1921 ਤੋਂ ਮੌਜੂਦ ਸੀਗਾ। ਉਸ ਤੋਂ ਅੱਗੇ ਚਾਈਨਾ ਜੋ ਕਿ ਸਾਡਾ ਨੇਬਰਿੰਗ ਕੰਟਰੀ ਹੈ ਅਤੇ ਬੜਾ ਫੇਮਸ ਹੈ ਇਹ ਕੰਟਰੋਵਰਸੀਜ਼ ਪੈਦਾ ਕਰਨ ਲਈ, ਉਹਨੇ ਇੱਕ ਹੋਰ ਛੋਟੀ ਜਿਹੀ ਕੰਟਰੋਵਰਸੀ ਹੋਰ ਪੈਦਾ ਕਰ ਦਿੱਤੀ ਹੈ ਕਿ ਉਹਨੇ ਅੰਡਰ ਵਾਟਰ ਡਰੋਨ ਡਿਵੈਲਪ ਕਰ ਲਿਆ। ਉਸਦਾ ਨਾਮ ਰੱਖਿਆ ਸੀ ਵਿੰਗ ਗਲਾਈਡਰ। ਇਹ ਕੀ ਆ, ਨੇਵਲ ਸਰਵੇਲੈਂਸ ਦੇ ਕੰਮ ਕਰਦਾ। ਨੇਵਲ ਸਰਵੇਲੈਂਸ ਮਤਲਬ ਕਿ ਪਾਣੀ ਦੇ ਅੰਡਰ ਜਾ ਕੇ ਕਿ ਕਿੱਥੋਂ ਜਹਾਜ਼ ਜਾਂਦੇ ਨੇ, ਕਿੱਥੋਂ ਆਏ ਨੇ, ਕਿੱਧਰ ਨੂੰ ਜਾਂਦੇ ਨੇ। ਹੁਣ ਪਿੱਛੇ ਰਹੇ ਕੀ ਆ ਕਿ ਫਿਲੀਪੀਨਸ ਦੇ ਵਿੱਚ ਵੀ ਇੱਕ ਜਿਹੜਾ ਹੈ ਕਿ ਇਹਨਾਂ ਦਾ ਫੜਿਆ ਗਿਆ ਸੀ। ਜਦੋਂ ਅਸੀਂ ਉਸਦੇ ਦਿਨਾਂ ਦੇ ਕਰੰਟ ਅਫੇਅਰ ਕਰਾਂਗੇ ਤਾਂ ਉੱਥੇ ਦੇਖਾਂਗੇ ਉਸ ਵੇਲੇ ਉਹ ਐਕਟਿਵ ਸੀਗਾ, ਪਰ ਬੋਲਿਆ ਇਹੀ ਜਾ ਰਿਹਾ ਕਿ ਉਹ ਵੀ ਚਾਈਨਾ ਦਾ ਹੈ। ਇਹ ਅੰਡਰ ਵਾਟਰ ਡਰੋਨਸ ਆ, ਜਿੱਦਾਂ ਆਪਾਂ ਡਰੋਨਸ ਦੇਖਦੇ ਹਾਂ ਕਿ ਵਿਆਹ ਸ਼ਾਦੀਆਂ 'ਚ ਉੱਪਰ ਉੱਡਦੇ ਨੇ, ਇੱਦਾਂ ਦਾ ਉਹਨਾਂ ਨੇ ਪਾਣੀ ਦੇ ਅੰਡਰ ਵੀ ਡਰੋਨ ਇਨਵੈਂਟ ਕਰ ਲਿਆ ਤਾਂ ਕਿ ਜਿਹੜਾ ਕਿਸੇ ਨੂੰ ਦਿਸੇ ਨਾ ਅਤੇ ਸਾਨੂੰ ਪਤਾ ਲੱਗ ਜਾਏ ਕਿ ਕਿਹੜੀ ਸ਼ਿਪ ਇੰਡੀਆ ਦੀ ਕਿੱਥੋਂ ਆ ਰਹੀ ਆ, ਉਹਦੇ
ਵਿੱਚ ਹੈਗਾ ਕੀ ਆ, ਇੱਦਾਂ ਦੀ ਅੰਡਰ ਵਾਟਰ ਸਰਵੇਲੈਂਸ ਕਰਨੀ ਵੀ ਸ਼ੁਰੂ ਕਰਤੀ, ਨਾਲੋਂ ਨਾਲ ਇਹ ਪਣਡੁੱਬੀਆਂ ਦੀ ਸਰਵੇਲੈਂਸ ਵੀ ਕਰ ਸਕਦੀ ਆ। ਉਸ ਤੋਂ ਅੱਗੇ ਆ ਗਿਆ ਕਿ ਕਜ਼ਾਕਿਸਤਾਨ ਜਿਹੜਾ ਕਿ ਸਾਡੇ ਉੱਪਰਲੇ ਏਰੀਆ ਜਾਂ ਚਾਈਨਾ ਤੋਂ ਥੋੜ੍ਹਾ ਜਿਹਾ ਉੱਪਰ ਨੂੰ ਚੱਲੀਏ ਤਾਂ ਕਹਿ ਲਓ ਕਿ ਆਪਣੇ ਜੰਮੂ ਲਦਾਖ ਦੇ ਉੱਪਰਲੀ ਰੀਜਨ ਜਿਹੜੀ ਹੁਣ ਸਾਡੀ ਯੂਟੀ ਹੈ ਉਹਦੇ ਉੱਪਰਲੇ ਰੀਜਨ 'ਤੇ ਇੱਕ ਕਜ਼ਾਕਿਸਤਾਨ ਕੰਟਰੀ ਹੈ, ਉਹਨੇ ਡੈਥ ਪੈਨਲਟੀ ਨੂੰ ਟੋਟਲੀ ਖਤਮ ਕਰ ਦਿੱਤਾ ਹੈ। ਠੀਕ ਹੈ ਜੀ, ਇਹ ਵੀ 2 ਤਰੀਕ ਨੂੰ ਹੋਇਆ ਸੀ, ਯਾਦ ਰੱਖਣਾ ਇਸ ਚੀਜ਼ ਨੂੰ ਕਿ ਕਜ਼ਾਕਿਸਤਾਨ ਦੇ ਵਿੱਚ ਹੁਣ ਡੈਥ ਪੈਨਲਟੀ ਖਤਮ ਹੈ। ਜੇ ਕੁਐਸਚਨ ਆਇਆ ਹੈ ਕਿ ਕਿਹੜੀ ਰੀਸੈਂਟ ਜਿਹੜੀ ਆ ਕਿ ਉੱਪਰ ਕੰਟਰੀ ਹੈਗੀ ਆ ਕਿ ਜਿਹਨੇ ਡੈਥ ਪੈਨਲਟੀ ਖਤਮ ਕੀਤੀ ਹੈ, ਉਸਦਾ ਨਾਮ ਕਜ਼ਾਕਿਸਤਾਨ ਹੈ। ਈਰਾਨ ਨੇ ਕੀ ਕੀਤਾ ਕਿ ਯੂਰੇਨੀਅਮ ਹੈ ਜਿਹੜਾ ਹੁਣ ਉਸਨੂੰ ਐਨਰਿਚ ਕਰਨਾ ਸ਼ੁਰੂ ਕਰ ਦਿੱਤਾ ਹੈ ਬਾਈ 20%। ਈਰਾਨ ਨੇ 20% ਤੱਕ ਯੂਰੇਨੀਅਮ ਐਨਰਿਚਿੰਗ, ਹੁਣ ਕੁਐਸਚਨ ਇਸ 'ਤੇ ਇਹੀ ਬਣੇਗਾ ਕਿ ਈਰਾਨ ਦੀ ਜਿਹੜੀ ਯੂਰੇਨੀਅਮ ਰਿਚਿੰਗ ਕਪੈਸਿਟੀ ਆ ਉਹ ਕਿੱਥੇ ਤੱਕ ਹੋ ਚੁੱਕੀ ਆ। ਉਹ 20% ਤੱਕ ਉਸਦੀ ਜਿਹੜੀ ਆ ਕਿ ਕਹਿ ਲਓ ਕਿ ਯੂਜ਼ ਕਰਨਾ ਸਟਾਰਟ ਕਰ ਦਿੱਤਾ ਹੈ। ਸੇਲ ਟੈਕਸ ਜਿਹੜਾ ਕਿ ਹੁਣ ਸਾਨੂੰ ਪਤਾ ਹੈ ਕਿ ਕੋਈ ਪ੍ਰੋਡਕਟ ਵੇਚਣਾ ਹੈ ਕਿ ਜਿੱਦਾਂ ਅਸੀਂ GST ਦਿੰਦੇ ਹਾਂ ਅਤੇ ਹੋਰ ਵੀ ਗਊ ਟੈਕਸ ਦਿੰਦੇ ਹਾਂ, ਵਿੱਚ ਸਾਡੇ ਐਡ ਹੁੰਦਾ ਰਹਿੰਦਾ ਹੈ। ਸੋ ਇੱਦਾਂ ਦੇ ਜਿਹੜੇ ਟੈਕਸ ਹੈਗੇ ਨੇ, ਸੇਲ ਟੈਕਸ ਵੀ ਆ ਕਿ ਵੂਮਨ ਸੈਨੀਟਰੀ ਪ੍ਰੋਡਕਟਸ ਨੇ ਅਬੋਲਿਸ਼ ਕਰਤਾ UK ਦੇ ਅੰਡਰ। UK ਮੀਨਸ ਯੂਨਾਈਟਿਡ ਕਿੰਗਡਮ। ਯੂਨਾਈਟਿਡ ਕਿੰਗਡਮ ਯਾਦ ਰੱਖਣਾ, ਇੱਕ ਕੰਟਰੀ ਦਾ ਨਾਮ ਨਹੀਂ ਹੈ, 4 ਕੰਟਰੀਜ਼ ਦਾ ਸੁਮੇਲ ਹੈ ਇਸ ਦੇ ਅੰਡਰ ਕਿ 4 ਕੰਟਰੀਜ਼ ਮਿਲ ਕੇ UK ਦੀ ਫਾਰਮੇਸ਼ਨ ਕਰਦੀਆਂ ਨੇ। ਉਹ ਸਾਡੇ ਕੋਲ UK, ਉਹਨੂੰ ਅਸੀਂ ਨਾਮ ਦਿੰਦੇ ਹਾਂ। UK ਦੇ ਵਿੱਚ ਇੰਗਲੈਂਡ, ਵੇਲਜ਼, ਨਾਰਦਰਨ ਆਇਰਲੈਂਡ ਅਤੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਸਕਾਟਲੈਂਡ। ਸਕਾਟਲੈਂਡ ਵੀ UK ਦਾ ਹਿੱਸਾ ਹੀ ਪਹਿਲਾਂ ਨਿਕਲਣ ਦੀ ਕੋਸ਼ਿਸ਼ ਹੀ ਚੱਲਦੀ ਸੀ, ਫਿਰ ਇਹਨਾਂ ਨੇ ਨਾਲ ਹੀ ਅਸੀਂ ਕਹਿ ਲਓ ਕਿ ਕਰ ਲਿਆ ਸੀ। ਇਹ ਚਾਰੋਂ ਮਿਲ ਕੇ ਇੱਕ UK ਬਣਾਉਂਦੇ। ਉਹਦੇ ਵਿੱਚ ਹੁਣ ਸੈਨੀਟਰੀ ਪ੍ਰੋਡਕਟਸ ਜਿੱਦਾਂ ਫੀਮੇਲਸ ਦੇ ਵਾਸਤੇ ਆ, ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ। UK ਦੇ ਵਿੱਚ ਜਨਵਰੀ 1 ਤੋਂ ਇਸ ਚੀਜ਼ ਨੂੰ ਬੰਦ ਕਰ ਦਿੱਤਾ ਗਿਆ। ਵਰਲਡ ਬਰੇਲੀ ਡੇ ਵੀ ਇਸ ਦਿਨ ਹੁੰਦਾ ਹੈ, ਯਾਦ ਰੱਖਣਾ। ਇਸ ਦੀ ਤਰੀਕ ਆਪਾਂ ਕੱਢੀ ਹੈ ਜਨਵਰੀ 4। ਇਹ ਕਿੰਨੀ ਇਨਵੈਂਟ ਕੀਤੀ ਸੀ ਮਿਸਟਰ ਲੂਇਸ ਬਰੇਲੀ ਨੇ, ਤਾਂ ਕਿ ਅੰਧੇ ਲੋਕ ਵੀ ਪੜ੍ਹ ਸਕਣ, ਉਹਨਾਂ ਨੂੰ ਚੀਜ਼ਾਂ ਆਈਡੈਂਟੀਫਾਈ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਨਾ ਆਵੇ, ਉਹ ਬੜੇ ਆਰਾਮ ਦੇ ਨਾਲ ਚੀਜ਼ਾਂ ਨੂੰ ਸਮਝ ਸਕਣ ਅਤੇ ਦੇਖ ਸਕਣ। ਇਹਦਾ ਪਹਿਲਾ ਵਾਰੀ ਇਹ ਸੈਲੀਬ੍ਰੇਟ ਕੀਤਾ ਗਿਆ 2019। ਇਹ 'ਚ ਸਾਰੀਆਂ ਡੇਟਸ ਇੰਪੋਰਟੈਂਟ ਹੈ ਕਿਉਂਕਿ ਉਹ ਬੌਰਨ ਹੋਏ ਸੀ ਫਰਾਂਸ ਦੇ ਵਿੱਚ 1809 ਦੇ ਵਿੱਚ। ਲੂਇਸ ਬਰੇਲੀ ਕਦੋਂ ਬੌਰਨ ਹੋਏ? 1809 ਦੇ ਵਿੱਚ। ਵਰਲਡ ਬਰੇਲੀ ਡੇ ਕਦੋਂ ਮਨਾਇਆ ਜਾਂਦਾ? ਜਨਵਰੀ 4 ਦੇ ਵਿੱਚ। ਪਹਿਲੀ ਵਾਰ ਕਦੋਂ ਮਨਾਇਆ ਗਿਆ? 2019 ਦੇ ਵਿੱਚ। ਇਹ ਸਾਡੇ ਕੋਲ ਲਿੰਕੇਜ ਦਿੰਦਾ ਹੈ। ਉਸ ਤੋਂ ਅੱਗੇ ਪ੍ਰਸਾਰ ਭਾਰਤੀ, ਜਿਹਨੂੰ ਅਸੀਂ ਆਪਾਂ ਕਹਿੰਦੇ ਹਾਂ ਕਿ ਆਲ ਇੰਡੀਆ ਰੇਡੀਓ ਸੀ, ਸਾਰਿਆਂ ਨੇ ਜਿਹੜੇ ਥੋੜ੍ਹੇ ਜਿਹੇ ਇਹ ਨੇ ਜਾਂ ਮੈਂ ਵੀ ਸੁਣਿਆ ਹੋਇਆ ਹੈ, ਕੋਈ ਐਡੀ ਗੱਲ ਨਹੀਂ ਹੈਗੀ। ਰੇਡੀਓ ਤਾਂ ਅਸੀਂ ਹੁਣ ਵੀ ਸੁਣਦੇ ਹਾਂ, ਜਿੱਦਾਂ ਗੱਡੀ ਦੇ ਵਿੱਚ ਆਉਂਦੇ ਜਾਂਦੇ ਦਾ ਘਰ ਚੱਲਦਾ ਰਹਿੰਦਾ। ਸੋ ਉਹਦੇ ਵਿੱਚੋਂ ਇੱਕ ਰੇਡੀਓ ਹੁਣ ਡਿਜੀਟਲ ਪਲੇਟਫਾਰਮਸ 'ਤੇ ਆ, ਜਿੱਦਾਂ ਘਰ ਸੈੱਟ ਟੌਪ ਬਾਕਸ ਲੱਗਦੇ ਆ, ਉਹਦੇ ਵਿੱਚ ਹੁਣ ਰੇਡੀਓ ਦੀ ਆਪਸ਼ਨ ਆ ਗਈ ਆ। ਉਸ ਰੇਡੀਓ ਦੇ ਵਿੱਚ ਕਾਫੀ ਜ਼ਿਆਦਾ ਗਾਣੇ ਸੁਣੇ ਜਾਂਦੇ ਆ। ਇਹਦੇ ਵਿੱਚ ਇੰਟਰਨੈਸ਼ਨਲ ਦੇ ਵਿੱਚ ਹੁਣ ਕਹਿੰਦੇ ਕਿ ਸਾਡਾ ਇੰਡੀਆ ਵਾਲਾ ਕੀ ਕੰਮ ਆ, ਇਹਦੇ ਵਿੱਚ ਕੀ ਆ, ਪਾਕਿਸਤਾਨ ਦਾ ਨਾਮ ਆਇਆ। ਪਾਕਿਸਤਾਨ ਦਾ ਨਾਮ ਆਉਂਦੇ ਹੀ ਸਾਡੇ ਨਾ ਥੋੜ੍ਹੇ ਜਿਹੇ ਕੰਨ ਖੜੇ ਹੋ ਜਾਂਦੇ ਆ। ਪਾਕਿਸਤਾਨ ਦੇ ਵਿੱਚ ਸੁਣਨ ਵਾਲੀ ਗੱਲ ਹੈ, ਥੋੜ੍ਹਾ ਦਿਲ ਵੀ ਖੁਸ਼ ਹੁੰਦਾ ਹੈ ਕਿ ਹਾਂ ਉੱਥੇ ਹਜੇ ਵੀ ਸਾਡੇ ਦੇਸ਼ ਦੇ ਜਿਹੜਾ ਕਿ ਗਾਣੇ ਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਇੰਡੀਆ ਤੋਂ ਬਾਅਦ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਡਿਜੀਟਲ ਰੇਡੀਓ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਪ੍ਰਸਾਰ ਭਾਰਤੀ ਨੂੰ ਸੁਣਿਆ ਗਿਆ, ਜਿਹੜਾ ਆਪਣੇ ਦੂਰਦਰਸ਼ਨ ਦਾ ਆਡੀਓ ਰੇਡੀਓ ਸਿਸਟਮ ਹੈਗਾ ਹੈ। ਉਸ ਤੋਂ ਬਾਅਦ ਅੱਗੇ ਹੈਗਾ ਰਿਲੀਫ ਮਟੀਰੀਅਲ ਫੀਜੀ ਲਈ ਭੇਜਿਆ ਗਿਆ। ਹੁਣ ਫੀਜੀ ਨੂੰ ਰਿਲੀਫ ਮਟੀਰੀਅਲ ਭੇਜ ਦਿੱਤੇ ਆ। ਕਾਹਤੇ ਭੇਜ ਦਿੱਤੇ ਭਈ? ਕਿਉਂਕਿ ਫੀਜੀ ਦੇ ਵਿੱਚ ਇੱਕ ਸਾਈਕਲੋਨ ਆਇਆ ਸੀ, ਉਸ ਦਾ ਨੇਮ ਸੀ ਯਾਸਾ। ਯਾਸਾ ਦੇ ਵਿੱਚ ਇਹਦਾ ਨਾਮ ਰੱਖਿਆ ਗਿਆ ਯਾਸਾ। ਇਹਦੀ ਵੀ ਇੱਕ ਟੈਕਨੀਕਲ ਟਰਮ ਹੁੰਦੀ ਹੈ ਜਦੋਂ ਅਸੀਂ ਸਾਈਕਲੋਨ ਨੂੰ ਕੋਈ ਨੇਮ ਦਿੰਦੇ ਹਾਂ। ਲੈਵਲ 5 ਦਾ ਸਾਈਕਲੋਨ ਸੀਗਾ। ਸਾਈਕਲੋਨ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਕਾਫੀ ਜ਼ਿਆਦਾ ਤੇਜ਼ ਹਵਾਵਾਂ ਜਿਹੜੀਆਂ ਚੱਲਦੀਆਂ ਉਸ ਨੂੰ ਅਸੀਂ ਸਾਈਕਲੋਨਸ ਕਹਿੰਦੇ ਹਾਂ। ਉਹਦੇ ਨਾਲ ਕਾਫੀ ਬਰਬਾਦੀ ਹੋਈ ਹੈ। ਉਹਦੇ ਵਿੱਚ ਵੀ ਅਸੀਂ ਇੰਡੀਆ ਨੇ ਰਿਲੀਫ ਪੈਕੇਜ ਜਿਹੜੇ ਆ ਭੇਜੇ ਆ। ਲਾਸਟ ਜਪਾਨ ਨੇ ਇੱਕ ਕਹਿ ਲਓ ਕਿ ਯੂਨੀਵਰਸਲ ਸਟਰੈਂਥ ਨੂੰ ਵਧਾਏ ਰੱਖਣ ਦੇ ਲਈ ਕਿ ਹੁਣ ਜੇ ਅਸੀਂ ਦੇਖੀਏ ਤਾਂ ਲਗਭਗ ਸਾਡੇ ਆਲੇ ਦੁਆਲੇ 12 ਕਿ 13 ਮੇਰਾ ਖਿਆਲ ਲੱਖ ਦੇ ਕਰੀਬ ਜਿਹੜੀਆਂ ਸੈਟਲਾਈਟਸ ਆ ਰਿਵੋਲਵ ਕਰਦੀਆਂ ਨੇ। ਮੇਬੀ ਆਈ ਐਮ ਰੋਂਗ, ਮੈਂ ਗਲਤ ਵੀ ਬੋਲ ਸਕਦਾ, 1000 ਵੀ ਹੋ ਸਕਦਾ, ਬਟ ਕਾਫੀ ਜ਼ਿਆਦਾ ਸੈਟਲਾਈਟਸ ਕਹਿ ਲਓ ਕਿ ਅਰਥ ਦੇ ਆਲੇ ਦੁਆਲੇ ਨੇ। ਅਤੇ ਕਿਹਾ ਜਾਂਦਾ ਕਿ ਇਨਵਾਇਰਮੈਂਟਲ ਸੇਫ ਨਹੀਂ ਹੈ ਕੋਈ। ਇਸੇ ਚੀਜ਼ ਨੂੰ ਦੇਖਦੇ ਹੋਏ ਜਾਪਾਨ ਨੇ ਵੁਡਨ ਸੈਟਲਾਈਟਸ ਨੂੰ ਲਾਂਚ ਕਰਨ ਦਾ ਪ੍ਰੋਸੈਸ ਬਣਾਉਣਾ ਸ਼ੁਰੂ ਕੀਤਾ ਹੈ। ਉਹ ਕਹਿੰਦਾ ਕਿ ਅਸੀਂ 2023 ਤੱਕ ਵੁਡਨ ਸੈਟਲਾਈਟ ਲਾਂਚ ਕਰ ਦਾਂਗੇ, ਫਿਰ ਦੱਸਾਂਗੇ ਤੁਹਾਨੂੰ ਕਿ ਵੁਡਨ ਦਾ ਨੁਕਸਾਨ ਕੀ ਹੈ। ਜਾਂ ਕਿਉਂਕਿ ਵੁੱਡ ਹੈ ਜਿਹੜੀ ਵਿਦ ਰਿਸਪੈਕਟ ਟੂ ਟਾਈਮ ਆ ਕਿ ਹੌਲੀ ਹੌਲੀ ਖਤਮ ਹੋ ਜਾਂਦੀ ਹੈ, ਪਰ ਮੈਟਲ ਜਿਹੜਾ ਉਹ ਖਤਮ ਨਹੀਂ ਹੁੰਦਾ। ਪਰ ਇਸੇ ਚੀਜ਼ ਲਈ ਉਹਨਾਂ ਨੇ ਵੁਡਨ ਸੈਟਲਾਈਟਸ ਨੂੰ ਲਾਂਚ ਕਰਨਾ ਸ਼ੁਰੂ ਕੀਤਾ ਕਿਉਂਕਿ ਸੈਟਲਾਈਟ ਦੀ ਕਈ ਵਾਰੀ ਇੰਨੀ ਲੰਬੀ ਉਮਰ ਵੀ ਨਹੀਂ ਹੁੰਦੀ। ਥੋੜ੍ਹਾ ਜਿਹਾ ਕੰਮ ਹੁੰਦਾ, ਅਸੀਂ ਇੰਨੇ ਪੈਸੇ ਖਰਚ ਕੇ ਭੇਜਦੇ ਹਾਂ, 2 ਸਾਲ 3 ਸਾਲ ਦੇ ਬਾਅਦ ਉਹ ਖਤਮ ਹੋ ਜਾਂਦੀਆਂ ਨੇ। ਸੋ ਜਾਪਾਨ ਨੇ ਇਹ ਬੜਾ ਵਧੀਆ ਐਫਰਟ ਕਰਨੀ ਸ਼ੁਰੂ ਕੀਤੀ ਹੈ। ਬਾਏ 2023 ਇਹਨਾਂ ਨੇ ਵੁਡਨ ਸੈਟਲਾਈਟ, ਕੁਐਸਚਨ ਬਣਦਾ ਹੈ ਕਿ ਵੁਡਨ ਸੈਟਲਾਈਟ ਪਹਿਲੀ ਵਾਰ ਕਿਹਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਦੋਂ ਲਾਂਚ ਕਰਨਗੇ। ਨਾਲ ਇਹ ਮੇਰੇ ਮੇਨ ਸੀਗੇ ਜੋ ਕਿ ਆਪਾਂ ਕਹਿ ਲਓ ਕਿ ਜੈਨ 1 ਤੋਂ ਲੈ ਕੇ ਜੈਨ 4 ਲਗਭਗ 5 ਦਿਨ ਦੇ ਅੰਡਰ ਜਿਹੜੇ ਮੈਨੂੰ ਲੱਗੇ ਕਿ ਇੰਪੋਰਟੈਂਟ ਨੇ ਉਹ ਕੀਤੇ ਆ। ਬਾਕੀ ਹੋਰ ਵੀ ਜਿਹੜੇ ਤੁਸੀਂ ਕਰਦੇ ਆ ਕਰੀ ਜਾਓ। ਅਤੇ ਜੇ ਇਸ ਚੈਨਲ ਦੇ ਵਿੱਚ ਕੋਈ ਕਮੀ ਲੱਗ ਰਹੀ ਹੈ, ਕਿਉਂਕਿ ਅੱਜ ਫਸਟ ਡੇ ਹੀ ਹੈ, ਮੇਰੀ ਤੀਸਰੀ ਵੀਡੀਓ ਅੱਜ ਸਵੇਰ ਦੀ, ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਕਿ
ਅਸੀਂ ਇਹਦੇ ਵਿੱਚ ਹੋਰ ਕੀ ਚੀਜ਼ਾਂ ਕਰ ਸਕਦੇ ਹਾਂ। ਬਾਕੀ ਵਿਦ ਰਿਸਪੈਕਟ ਟੂ ਟਾਈਮ ਮੈਂ ਵੀਡੀਓਜ਼ ਪਾਈ ਜਾਊਂਗਾ, ਤੁਸੀਂ ਦੱਸਦੇ ਰਹੋ। ਵੀਡੀਓਜ਼ ਨੂੰ ਪਲੀਜ਼ ਲਾਈਕ ਜ਼ਰੂਰ ਕਰਨਾ, ਸ਼ੇਅਰ ਜ਼ਰੂਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਪਤਾ ਲੱਗੇ, ਮੈਨੂੰ ਆਪਣੀਆਂ ਕਮੀਆਂ ਜ਼ਿਆਦਾ ਪਤਾ ਲੱਗਣ ਕਿ ਹਾਂ ਬਈ ਕਿ ਮੈਂ ਕਿੱਥੇ ਗਲਤੀ ਕਰ ਰਿਹਾ ਅਤੇ ਉਸ ਚੀਜ਼ ਨੂੰ ਆਪਾਂ ਅਮੈਂਡ ਕਰ ਸਕੀਏ। ਮੈਂ ਕਰੈਕਟ ਹੋਣ ਪੂਰੀ ਜ਼ਿਆਦਾ ਆਪਣੀ ਬੈਸਟ ਕੋਸ਼ਿਸ਼ ਕਰੂੰਗਾ। ਅਤੇ ਨਾਲ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਦੇ ਰਹੋ, ਕਿਉਂਕਿ ਜਿੰਨੇ ਜ਼ਿਆਦਾ ਸਬਸਕ੍ਰਾਈਬ ਹੁੰਦੇ ਜਾਣਗੇ ਉਨਾ ਮੈਨੂੰ ਪਤਾ ਲੱਗ ਜਾਏਗਾ ਕਿ ਹਾਂ ਕੰਮ ਆਪਾਂ ਠੀਕ ਕਰੀ ਜਾਂਦੇ ਹਾਂ। ਥੈਂਕ ਯੂ।